ਕਰਨਗੇ। ਆਓ ਪਹਿਲਾਂ ਸ਼ਬਦ ਸਰਵਣ ਕਰੀਏ। ਇਸ ਵਾਰ ਦੇ ਵਿੱਚ 21 ਸ਼ਲੋਕ ਨੇ, 21 ਪੌੜੀਆਂ ਨੇ, ਮਾਫ਼ ਕਰਨਾ 52 ਸ਼ਲੋਕ ਨੇ। ਗੁਰੂ ਅਰਜਨ ਦੇਵ ਪਾਤਸ਼ਾਹ ਦੇ ਇਹ ਰਚਨਾ ਹੈਗੀ ਹੈ ਜਿਹੜੀ ਵਾਰ ਗੂਜਰੀ ਦੀ। ਸੋ ਇਹਦਾ ਮੁੱਖ ਵਿਸ਼ਾ ਜਿਹੜਾ ਉਹ ਹੈ ਪਰਮਾਤਮਾ ਦੇ ਨਾਮ ਦੀ ਭਜਨ ਬੰਦਗੀ ਕਰਨਾ, ਜਪ ਕਰਨਾ, ਸਿਮਰਨ ਕਰਨਾ। ਸੋ ਇਸ ਸ਼ਬਦ ਦੇ ਵਿੱਚ ਇਹ ਸਭ ਕੁਝ ਸਾਨੂੰ ਬਖਸ਼ਿਸ਼ ਕੀਤਾ ਹੈ ਕਿ ਜਪ ਕੀ ਹੈ, ਆਰਾਧਨਾ ਕੀ ਹੈ, ਕਦੋਂ ਕਰਨਾ, ਕਿਵੇਂ ਕਰਨਾ, ਕਿਉਂ ਕਰਨਾ, ਕਿਸ ਦਾ ਕਰਨਾ, ਇਹ ਸਭ ਕੁਛ ਹੈ। ਸੋ ਆਓ ਪਹਿਲਾਂ ਮੂਲ ਪਾਠ ਦੇ ਨਾਲ ਜੁੜੀਏ। ਰਾਗ ਗੂਜਰੀ ਵਾਰ ਮਹਿਲਾ ਪੰਜਵਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼ਲੋਕ ਮਹਿਲਾ ਪੰਜਵਾਂ। ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ। ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰ ਨਾਉ। ਸਤਿਗੁਰ ਸੇਤੀ ਰਤਿਆ, ਦਰਗਹਿ ਪਾਈਐ ਠਾਉ। ਕਹੋ ਨਾਨਕ ਕਿਰਪਾ ਕਰੇ, ਜਿਸਨੋ ਇਹ ਵਸ ਦੇ। ਜਗ ਮੈਂ ਉਤਮ ਕਾਢੀਆਂ ਹੈ, ਵਿਰਲੇ ਕੇਈ ਕੇ ਮਹਿਲਾ ਪੰਜਵਾਂ। ਰੱਖੇ ਰਖਣਹਾਰ ਆਪ ਅਵਾਰਿਆਂ ਨੂੰ, ਗੁਰ ਕੀ ਪੈਰੀ ਪਾਏ ਕਾਜ ਸਵਾਰਿਆਂ ਨੂੰ। ਹੋਆ ਆਪ ਦਿਆਲ ਮਨੋ ਨਾ ਵਿਸਾਰਿਆਂ ਨੂੰ। ਸਾਧ ਜਨਾ ਕੈ ਸੰਗ ਭਵ ਜਲ ਤਾਰਿਆਂ ਨੂੰ। ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਵਧਾਰਿਆਂ ਨੂੰ। ਤਿਸ ਸਾਹਿਬ ਕੀ ਟੇਕ, ਨਾਨਕ ਮੰਨੈ ਮਾਹੇ। ਜਿਸ ਸਿਮਰਤ ਸੁਖ ਹੋਏ, ਸਗਲੇ ਦੁਖ ਜਾਹੇ ਪੌੜੀ। ਅਕੁਲ ਨਿਰੰਜਨ ਪੁਰਖ ਅਗਮ ਅਪਾਰਿਆ। ਸੱਚੋ ਸੱਚਾ ਸੱਚ, ਸੱਚ ਨਿਹਾਰਿਆ। ਕੂੜ ਨਾ ਜਾਪੈ ਕਿਛ ਤੇਰੀ ਧਾਰਿਆ। ਸਭ ਸੈ ਦੇ ਦਾਤਾਰ ਜੇਤ ਉਪਾਰਿਆ। ਇਕਤ ਸੂਤ ਪਰੋਏ ਜੋਤ ਸੰਜਾਰੀਐ। ਹੁਕਮੈ ਭਵ ਜਲ ਮੰਝ, ਹੁਕਮੈ ਤਾਰਿਐ। ਪ੍ਰਭ ਜਿਉ ਤੁਧ ਧਿਆਏ ਸੋਏ, ਜਿਸ ਭਾਗ ਮਥਾਰਿਐ। ਤੇਰੀ ਗਤ ਮਿਤ ਲਖੀ ਨਾ ਜਾਏ, ਹਉ ਤੁਧ ਬਲਿਹਾਰੀਐ। ਸੋ ਇਹ ਮੂਲ ਰੂਪ ਦੇ ਵਿੱਚ ਆਪਣੇ ਸ਼ਬਦ ਜੋ ਸਤਿਗੁਰਾਂ ਦਾ 517 ਅੰਕ 'ਤੇ ਸ਼ੋਭਿਤ ਹੈ। ਰਾਗ ਗੂਜਰੀ ਦੇ ਵਿੱਚ, ਵਾਰ ਦੇ ਵਿੱਚ 22 ਵਾਰਾਂ ਦੇ ਵਿੱਚ ਇੱਕ ਵਾਰ ਗੂਜਰੀ ਦੀ ਹੈ। ਸੋ ਉਸ ਰਾਹੀਂ ਸਾਨੂੰ ਸਤਿਗੁਰੂ ਕੀ ਬਖਸ਼ਿਸ਼ ਕਰਨਾ ਚਾਹੁੰਦੇ ਨੇ। ਮੁੱਖ ਰੂਪ ਦੇ ਵਿੱਚ ਜਿਹੜਾ ਸਿਧਾਂਤ ਹੈ ਉਹ ਹੈ ਜਪ ਦਾ। 3 ਪ੍ਰਕਾਰ ਦਾ ਜਪ ਹੈ। ਪਹਿਲਾ ਹੈ ਜੋ ਅਸੀਂ, ਉਸ ਦਾ ਨਾਮ ਹੈ ਵਾਚਕ। ਦੂਜੇ ਦਾ ਨਾਮ ਹੈ ਉਪਾਸੂ। ਤੀਜੇ ਦਾ ਨਾਮ ਹੈ ਮਾਨਿਆ। ਕਿਉਂਕਿ ਪਤਾ ਚੱਲ ਜਾਏ, ਇੱਕ ਭੁਲੇਖਾ ਬਣਿਆ ਰਹਿੰਦਾ ਸਾਡੇ ਵਿੱਚ, ਸੰਗਤ ਦੇ ਵਿੱਚ, ਕਿ ਕਿਹੜਾ ਜਪ ਹੈ, ਕਿਵੇਂ ਹੈ, ਕੀ ਗੱਲਬਾਤ ਹੈ, ਆਰਾਧਨਾ ਕੀ ਹੈ, ਜਪਣਾ ਕੀ ਹੈ। ਸੋ ਜਿੰਨੀ ਦੇਰ ਤੱਕ ਮੁੱਢਲੀ ਰੂਪ ਦੇ ਵਿੱਚ ਸਾਨੂੰ ਉਹ ਸਮਝ ਨਹੀਂ ਲੱਗਦੀ, ਅੱਗੇ ਚੱਲਣਾ ਥੋੜ੍ਹਾ ਜਿਹਾ ਅਸੰਭਵ ਹੋ ਜਾਂਦਾ ਹੈ। ਪਹਿਲਾ ਜਪ ਵਾਚਕ ਹੈ, ਉੱਚੀ ਉੱਚੀ ਬੋਲ ਕੇ ਉਚਾਰਨਾ, ਉਹਨੂੰ ਕਹਿੰਦੇ ਨੇ ਵਾਚਕ ਜਪ। ਜਿਵੇਂ ਵਾਹਿਗੁਰੂ ਵਾਹਿਗੁਰੂ ਬੋਲ ਕੇ ਉਚਾਰਨਾ। ਵਿਅਕਤੀਗਤ ਤੌਰ 'ਤੇ ਵੀ ਉਚਾਰਿਆ ਜਾ ਸਕਦਾ ਹੈ, ਸੰਗਤ ਰੂਪ ਦੇ ਵਿੱਚ ਵੀ ਉਚਾਰਿਆ ਜਾ ਸਕਦਾ ਹੈ। ਕਿਉਂਕਿ ਸਾਡੀ ਜਿਹੜੀ ਚੇਤਨਾ ਹੈ, ਸਾਡੀ ਚੇਤਨਾ ਦੇ ਵਿੱਚ ਜੋ ਕੁਛ ਵੀ ਹੈ ਉਹ ਹੀ ਸਾਡੀ ਦੁਨੀਆ ਹੈ। ਧਿਆਨ ਨਾਲ ਸੁਣਨੀ ਗੱਲ। ਜੋ ਸਾਡੇ ਚਿੱਤ ਦਾ ਹਿੱਸਾ ਹੈ, ਜੋ ਸਾਡੀ ਯਾਦ ਦਾ ਹਿੱਸਾ ਹੈ, ਉਹ ਹੀ ਸਾਡੀ ਦੁਨੀਆ ਹੈ, ਉਸ ਤੋਂ ਵੱਧ ਨਹੀਂ ਹੈ। ਜੋ ਸਾਡੇ ਚਿੱਤ 'ਚ ਹੀ ਨਹੀਂ ਗੱਲ, ਉਹ ਹੈ ਹੀ ਨਹੀਂ ਸਾਡੇ ਭਾਅ ਦਾ, ਕਿਉਂਕਿ ਯਾਦ ਹੀ ਨਹੀਂ ਹੈ। ਜਿਹੜੀ ਗੱਲ ਯਾਦ ਹੈ ਉਹ ਹੀ ਮੇਰੀ ਦੁਨੀਆ ਹੈ।
ਚਿੰਤਨ ਕਰਦੇ ਅਸੀਂ ਚਿੱਤ ਦੇ ਵਿੱਚ ਵਸਾਉਣ ਦੇ ਲਈ, ਤਾਂ ਕਿ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜਿਸ ਨੇ ਸਾਨੂੰ ਸਾਜਿਆ ਉਹਦੀ ਯਾਦ ਸਾਡੇ ਅੰਦਰ ਬਣੀ ਰਹੇ। ਪਹਿਲਾਂ ਦੇ ਪੜ੍ਹੇ ਲਿਖੇ ਵੀਰ ਬੈਠੇ ਨੇ ਪੁਰਾਣੇ ਮੇਰੀ ਉਮਰ ਦੇ, ਹੁਣ ਤਾਂ ਸ਼ਾਇਦ ਇਹ ਨਹੀਂ ਕੰਮ ਚੱਲਦਾ। ਸਕੂਲ ਦੇ ਵਿੱਚ ਪਹਾੜੇ ਜਪਾਏ ਜਾਂਦੇ ਸੀ, ਪਹਾੜੇ ਜਪੋ ਉੱਚੀ ਉੱਚੀ ਬੋਲ ਕੇ, ਮਨ ਦਾ ਭਾਗ ਬਣ ਜਾਣ, ਚਿੱਤ ਦਾ ਭਾਗ ਬਣ ਜਾਣਾ, ਭੁੱਲਣ ਨਾ। ਹੁਣ ਮੰਗੂ ਨਹੀਂ ਵੀ ਮੋਬਾਇਲ ਜੇ 10 ਨੂੰ 20 ਨਾਲ ਗੁਣਾ ਕਰਨੇ ਤਾਂ ਮੋਬਾਇਲ ਚੱਕ ਲਓ, ਸਿੱਧੀ 16 ਦਾ ਪਹਾੜਾ, 18 ਦਾ, 20 ਦਾ, ਜਿੰਨੇ ਮਰਜ਼ੀ। ਉਹਨਾਂ ਨੇ ਉਹਨਾਂ ਦੇ ਹਿੱਸੇ ਕਰਕੇ ਵੀ ਗਣਿਤ 'ਚ ਪਹਾੜਿਆਂ ਦੇ ਰੱਟੇ ਲਵਾਏ ਹੋਏ ਨੇ, ਅਤੇ ਮੂੰਹ ਜ਼ਬਾਨੀ ਉਹਨੇ ਕਹਿ ਦੇਣਾ ਵੀ ਇੰਨਾ ਹੋ ਗਿਆ ਜੀ, ਆਹ ਇੰਨਾ ਬਣ ਗਿਆ, ਆਪੇ ਗੁਣਾ ਕਰ ਲੈਣੇ, ਕਿਉਂਕਿ ਭਾਗ ਬਣ ਗਿਆ ਚਿੱਤ ਦਾ। ਸਾਰੀ ਉਮਰ ਉਹ ਤੋਂ ਕੰਮ ਲੈਂਦਾ, ਉਹ ਸਿੱਧੀ ਗੁਣਾ ਕਰਦਾ। 19 ਨਾ ਯਾਦ ਆ ਉਹਦੇ, ਉਹਨੂੰ ਮੋਬਾਇਲ ਨਹੀਂ ਚੱਕਣਾ ਪੈਂਦਾ, ਰੱਟਾ ਲੱਗਾ, ਚਿੱਤ ਦਾ ਹਿੱਸਾ ਬਣ ਗਿਆ, ਭਾਗ ਬਣ ਗਿਆ। ਸੋ ਜਪਣ ਜਿਹੜਾ ਉੱਚੀ ਉੱਚੀ ਇਸ ਤਰ੍ਹਾਂ ਦਾ ਬੋਲ ਕੇ ਜਾਪ ਕਰਨਾ ਹੈ, ਉਸ ਜਾਪ ਦਾ ਨਾਮ ਹੈਗਾ ਵਾਚਕ ਜਾਪ। ਦੂਜਾ ਜਾਪ ਹੈ ਉਪਾਂਛੂ, ਊੜੇ ਨੂੰ ਔਂਕੜ, ਪੱਪੇ ਨੂੰ ਕੰਨਾ, ਸੱਸੇ ਨੂੰ ਦਲੈਂਕੜੇ। ਉਸ ਜਾਪ ਦੇ ਵਿੱਚ ਆਵਾਜ਼ ਉੱਚੀ ਨਹੀਂ ਹੁੰਦੀ, ਬੁੱਲ ਹਿੱਲਦੇ ਨੇ, ਬੁੱਲ ਹਿੱਲਦੇ ਨਜ਼ਰ ਆਉਂਦੇ ਨੇ ਵੀ ਵਾਹਿਗੁਰੂ ਵਾਹਿਗੁਰੂ ਕਰ ਰਿਹਾ, ਪਰ ਆਵਾਜ਼ ਬਾਹਰ ਨਹੀਂ ਜਾ ਰਹੀ, ਉਹਨੂੰ ਕਹਿੰਦੇ ਨੇ ਉਪਾਂਸੂ। ਤੀਜਾ ਜਪ ਹੈ ਮਾਨਿਆ, ਜਿਹਦੇ ਨਾਲ ਬੁੱਲ ਹਿੱਲਦੇ ਨੇ, ਨਾ ਆਵਾਜ਼ ਹੈ, ਸਿਰਫ ਮਨ 'ਚ ਕਰ ਰਿਹਾ, ਉਹਨੂੰ ਕਹਿੰਦੇ ਨੇ ਮਾਨਿਆ ਜਪ। ਸੋ ਸ਼ੁਰੂ ਤੋਂ ਬਾਚਿਆ ਤੋਂ ਸ਼ੁਰੂ ਕਰਕੇ ਉਪਾਂਸੂ ਤੋਂ ਜਾ ਕੇ ਮਾਨਿਆ 'ਤੇ ਪਹੁੰਚਣਾ। ਇਹ ਤਾਂ ਹੋ ਗਈ ਉਹਦੀਆਂ ਕਿਸਮਾਂ, ਕਿਉਂਕਿ ਸ਼ੁਰੂ 'ਚ ਤਾਂ ਉਚਾਰਨਾ ਹੀ ਪੈਣਾ, ਜਿੰਨੀ ਦੇਰ ਤੱਕ ਉਹ ਮਨ ਦੇ ਵਿੱਚ ਉਸ ਤਰ੍ਹਾਂ ਦਾ ਵੱਸਦਾ ਨਹੀਂ, ਰੋਮ ਰੋਮ 'ਚ ਨਹੀਂ ਵੱਸਦਾ। ਗੁਰਮੁਖ ਰੋਮ ਰੋਮ ਹਰ ਧਿਆਵੇ ਤੱਕ ਨਹੀਂ ਜਾਂਦਾ, ਇਹ ਉਹਦੀ ਮੰਜ਼ਿਲ ਹੈ। ਫਿਰ ਤਾਂ ਸਾਰਾ ਸਰੀਰ ਹੀ ਜਪਣ ਲੱਗ ਗਿਆ, ਟੋਟਲ ਸਰੀਰ ਦੇ ਰੋਮ ਰੋਮ ਦੇ ਵਿੱਚੋਂ ਵਾਹਿਗੁਰੂ 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 ਦੀ ਧੁਨੀ ਚੱਲ ਪਈ। ਇਹ ਉਹਦੀ ਲਾਸਟ ਸਟੇਜ, ਸ਼ੁਰੂਆਤ ਦੇ ਵਿੱਚ ਵਾਚਕ ਹੈ। ਹੁਣ ਇੱਕ ਪ੍ਰਸ਼ਨ ਇਹ ਉੱਠਦਾ ਹੈ, ਆਪਾਂ ਪਹਿਲਾਂ ਜਪ ਬਾਣੀ ਦਾ ਜੋ ਸਤਿਕਾਰ ਨਾਲ ਆਪਾਂ ਜਪ ਜੀ ਕਹਿੰਦੇ ਹਾਂ, ਪਾਠ ਸਰਵਣ ਕੀਤਾ, ਵਿਆਖਿਆ ਰੂਪ ਦੇ ਵਿੱਚ ਸਰਵਣ ਕੀਤਾ ਗੁਰੂ ਮਹਾਰਾਜ ਦੀ ਕਿਰਪਾ ਸਦਕਾ, ਉਸ ਦੇ ਵਿੱਚ ਆਪਾਂ ਉਦਾਹਰਨਾਂ ਲੈਣੀਆਂ ਨੇ। ਜਪ ਸਭ ਤੋਂ ਪਹਿਲਾ ਪ੍ਰਸ਼ਨ ਲੈਂਦੇ ਵੀ ਕਿਹਦਾ ਕਰਨਾ ਹੈ। ਜਿੱਥੋਂ ਸ਼ੁਰੂ ਹੁੰਦਾ ਹੈ ਉੱਥੇ ਸਿਰਲੇਖ ਹੈ ਜਪ। ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਮੂਲ ਮੰਤਰ ਤੋਂ ਬਾਅਦ ਆਦਿ ਸੱਚ, ਜਪ ਆਦਿ ਸੱਚ ਜੁਗਾਦ ਸੱਚ, ਹੈ ਭੀ ਸੱਚ ਨਾਨਕ ਹੋਸੀ ਭੀ ਸੱਚ, ਇਹਦਾ ਕਰਨਾ ਜਪ। ਜਿਹੜਾ ਸੱਚ ਹੈ, ਆਦਿ ਜੁਗਾਦ ਹੈ ਵੀ, ਹੁਣ ਵੀ, ਅੱਗੇ ਵੀ। ਇਹ ਮਸਲਾ ਕਲੀਅਰ ਹੋ ਗਿਆ ਵੀ ਕਿਸ ਦਾ ਕਰਨਾ, ਹੋਰ ਕਿਸੇ ਦਾ ਨਹੀਂ ਕਰਨਾ। ਉਸ ਅਕਾਲ ਪੁਰਖ ਵਾਹਿਗੁਰੂ ਜੋ ਆਦਿ ਸੱਚਾ, ਜੁਗਾਦ ਸੱਚਾ, ਹੈ ਭੀ ਸੱਚਾ, ਨਾਨਕ ਹੋਸੀ ਭੀ ਸੱਚਾ, ਉਹਦਾ ਜਪ ਕਰਨਾ। ਇਹ ਹੋ ਗਿਆ ਕਿਸ ਦਾ ਕਰਨਾ। ਅਤੇ ਫਿਰ ਅੱਗੇ ਹੈ ਕਦੋਂ ਕਰਨਾ, ਇਹ ਵੀ ਪ੍ਰਸ਼ਨ ਹੈ। ਇਹ ਵੀ ਜਪਜੀ ਸਾਹਿਬ 'ਚ ਉੱਤਰ ਮਿਲਦਾ ਹੈ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। 2 ਵੇਲੇ ਅੰਮ੍ਰਿਤ ਵੇਲਾ, ਇੱਕ ਵੇਲਾ ਨਹੀਂ ਹੈ। ਜਦੋਂ ਹੀ ਰਾਤ ਵਿਦਾ ਹੁੰਦੀ ਹੈ, ਦਿਨ ਚੜ੍ਹਦਾ, ਉਹ ਵੀ ਅੰਮ੍ਰਿਤ ਵੇਲਾ। ਜਦੋਂ ਦਿਨ ਵਿਦਾ ਹੁੰਦਾ, ਰਾਤ ਆਉਂਦੀ ਹੈ, ਉਹ ਵੀ ਅੰਮ੍ਰਿਤ ਵੇਲਾ। ਸੰਧੀ ਹੁੰਦੀ ਹੈ ਇਹਨਾਂ ਦੀ, ਰਾਤ ਅਤੇ ਦਿਨ ਦੀ ਸੰਧੀ, ਮੇਲ। ਹੁਣ ਜੇ ਸੂਰਜ ਨਹੀਂ ਚੜ੍ਹਿਆ, ਰਾਤ ਵਿਦਾ ਹੋ ਰਹੀ ਹੈ, ਜਿਹਨੂੰ ਆਪਾਂ ਮੂੰਹ ਹਨੇਰਾ ਕਹਿੰਦੇ ਹਾਂ, ਇਹ ਅੰਮ੍ਰਿਤ ਵੇਲਾ ਹੈ 19 ਵਜੇ ਤੱਕ। ਜਦੋਂ ਸੂਰਜ ਚੜ੍ਹ ਗਿਆ ਫਿਰ ਦਿਨ ਆ ਗਿਆ। ਜਦੋਂ ਸੂਰਜ ਡੁੱਬ ਗਿਆ, ਦਿਸਦਾ ਨਹੀਂ ਹੈ ਪਰ ਚਾਨਣ ਹੈਗਾ, ਉਹਨੂੰ ਸੰਧਿਆ ਦਾ ਵੇਲਾ, ਉਹ ਵੀ ਅੰਮ੍ਰਿਤ ਵੇਲਾ। ਭਾਵ ਕਿ ਉਸ ਸਤਿਗੁਰਾਂ ਨੇ ਸਾਨੂੰ 2 ਵੇਲੇ ਜ਼ਰੂਰੀ ਦਿੱਤੇ ਨਿਤਨੇਮ ਦੇ ਵਿੱਚ, ਕਿ 5 ਬਾਣੀਆਂ ਸਵੇਰੇ, 2 ਸ਼ਾਮ ਨੂੰ ਅਤੇ 1 ਸੌਣ ਵੇਲੇ ਜਿਹੜੀਆਂ ਕਰਨੀਆਂ ਨੇ। 1 ਸ਼ਾਮ ਨੂੰ, 2 ਸੌਣ ਵੇਲੇ, 1 ਸੂਰਜ ਡੁੱਬਣ ਵੇਲੇ, 7। ਇਹ ਜ਼ਰੂਰੀ ਨੇ, ਨਿਤਨੇਮ ਦਾ ਭਾਗ ਨੇ, ਇਹ ਜ਼ਰੂਰ ਕਰਨੇ ਨੇ। ਸਵੇਰ ਵੇਲੇ 5, ਸ਼ਾਮ ਨੂੰ ਰਹਿਰਾਸ, ਅਤੇ ਸੌਣ ਵੇਲੇ 16 ਸਾਹਿਬ ਦੀ ਬਾਣੀ। ਕਦੋਂ ਕਰਨਾ, ਇਹ ਵੀ ਹੋਇਆ। ਕਿਸ ਦਾ ਕਰਨਾ, ਕਦੋਂ ਕਰਨਾ। ਹੁਣ ਪ੍ਰਸ਼ਨ ਇੱਕ ਬਹੁਤ ਵੱਡੇ ਪੱਧਰ 'ਤੇ ਫੈਲਿਆ ਹੋਇਆ ਹੈ ਕਿ ਕਿਵੇਂ ਕਰਨਾ।
ਇਹ ਬੜਾ ਵੱਡਾ ਭੰਬਲ ਭੂਸਾ ਪਿਆ ਹੋਇਆ ਵੀ ਕਿਵੇਂ ਕਰੀਏ ਜੀ, ਕਿਵੇਂ ਕਰੀਏ ਜੀ। ਕੋਈ ਅੱਖਾਂ ਮੀਚ ਕੇ ਬਹਿ ਗਿਆ, ਕੋਈ ਕਿਸ ਤਰ੍ਹਾਂ ਬਹਿ ਗਿਆ, ਕੋਈ ਕਿਵੇਂ, ਕੋਈ ਤੁਰ ਫਿਰ ਕੇ ਕਰੀ ਜਾਂਦਾ, ਕੋਈ ਕਿਵੇਂ ਕਰੀ ਜਾਂਦਾ। ਅਸਲ 'ਚ ਇਹ ਕੋਈ ਮਕਸਦ ਨਹੀਂ। ਤੁਸੀਂ ਸਰੀਰ ਦੀ ਸੁਖਾਲਤਾ ਦੇ ਲਈ ਜਿਵੇਂ ਬੈਠ ਸਕਦੇ ਹੋ ਬੈਠੋ, ਤੁਰ ਫਿਰ ਕੇ ਤੁਹਾਨੂੰ ਠੀਕ ਲੱਗਦਾ ਤੁਰ ਫਿਰ ਕੇ, ਜਿਵੇਂ ਵੀ ਤੁਹਾਡੀ ਅਵਸਥਾ ਹੈ ਕਿਸੇ ਵੀ ਪ੍ਰਾਣੀ ਦੀ ਜਿਸ ਦੇ ਵਿੱਚ ਤੁਸੀਂ ਠੀਕ ਸਮਝਦੇ ਹੋ। ਮੇਨ ਰੂਪ 'ਚ ਤਾਂ ਚਲੋ ਆਪਾਂ ਬੈਠ ਕੇ ਕਰਦੇ ਹਾਂ, ਇੱਕ ਜਗ੍ਹਾ ਆਪਾਂ ਨਿਰਧਾਰਿਤ ਕਰ ਲਈ, ਚੌਂਕੜਾ ਲਾ ਲਿਆ, ਜੇ ਨਹੀਂ ਵੱਜਦਾ ਤਾਂ ਵੀ ਕੀਤਾ ਜਾ ਸਕਦਾ, ਚਲੋ ਕੋਈ ਪ੍ਰੋਬਲਮ ਹੈ। ਇਹਦਾ ਮਤਲਬ ਇਹ ਨਹੀਂ ਵੀ ਉਹਨੇ ਕਰਨਾ ਨਹੀਂ ਹੈ। ਸੋ ਕਦੋਂ ਕਿਵੇਂ ਦਾ ਮਤਲਬ ਜਿੱਥੇ ਤੱਕ ਆ ਗਈ ਗੱਲ, ਉਹਦੇ ਵਿੱਚ ਇੱਕ ਇਹ ਹੈ ਕਿ ਇੱਕ ਦੂ ਜੀਬੋਂ ਲੱਖ ਹੋਵੇਂ, ਲੱਖ ਹੋਵੇਂ ਲੱਖ 20, ਲੱਖ ਲੱਖ ਗੇੜਾ ਆਖਿਆ ਏਕ ਨਾਮ ਜਗਦੀਸ਼। ਏ ਤਰਾ ਪਤ ਪਵੜੀਆਂ ਚੜੀਏ ਹੋਏ 21। ਐਂ ਕਰਨਾ ਹੈ, ਵਾਰੀ ਵਾਰੀ ਕਰਨਾ ਹੈ, ਬਾਰੰਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤੇ ਮਨ ਤਨ ਧਰਪੀਐ। ਲਗਾਤਾਰ ਕਰਨਾ ਹੈ, ਭਾਵ ਕਿ ਇਸ ਤਰ੍ਹਾਂ ਕਰਨਾ ਹੈ ਕਿ ਇਹ ਨਹੀਂ ਮੰਨਣਾ ਕਿ ਵੀ ਮੈਂ ਥੋੜ੍ਹਾ ਇਸ ਤਰ੍ਹਾਂ ਕੋਈ ਟਾਈਮ ਦੀ ਲਿਮਿਟਡ ਹੈ। ਆਪਾਂ ਹਰ ਸਮੇਂ ਉਹਨੂੰ ਚੇਤੇ 'ਚ ਵਸਾ ਕੇ ਰੱਖਣਾ ਜਿਵੇਂ ਦੁਨੀਆ ਦੇ ਹਰ ਕੰਮ ਕਰਦੇ ਹਾਂ। ਇਹ ਤਰ੍ਹਾਂ ਪਤ ਪੌੜੀਆਂ, ਇਹ ਪੌੜੀਆਂ ਨੇ, ਇਹ ਰਾਹ ਹੈ। ਚੜ੍ਹੀਏ ਹੋਏ 21, 20 ਤੋਂ ਬਾਅਦ 21 ਆਉਂਦਾ। 21 ਮੈਨੇ ਜਿੱਥੇ ਮੇਲ ਮਿਲਾਪ ਹੋ ਜਾਂਦਾ। ਕਿਉਂ ਸ਼ਬਦ ਵਰਤਿਆ ਸਤਿਗੁਰਾਂ ਨੇ? ਕਿਉਂਕਿ 20 ਤੋਂ ਬਾਅਦ ਦੁਨੀਆ ਦੇ ਧਨ ਦੌਲਤ ਵਾਲੀਆਂ ਜਿਹੜੀਆਂ ਬਿੰਦੀਆਂ ਨੇ ਮੁੱਕ ਜਾਂਦੀਆਂ ਨੇ। 21 ਹੋ ਗਿਆ, ਇੱਕ ਮਿੱਕ ਹੋ ਗਿਆ, ਉੱਥੇ ਜਾ ਕੇ ਇਹ ਭੱਜ ਦੌੜ ਚੋਂ ਨਿਕਲ ਜਾਂਦਾ, ਸਮਝ ਆ ਜਾਂਦੀ ਵੀ ਤੂੰ ਕੋਈ ਗਿਣਤੀ ਨਹੀਂ ਹੈ। ਉਸ ਅਸੰਖ ਨਾਲ, ਉਸ ਅਕਾਲ ਪੁਰਖ ਵਾਹਿਗੁਰੂ ਨਾਲ ਸਾਂਝ ਬਣਨ ਦਾ ਜੋ ਸਮਾਂ ਉਹ ਆਉਂਦਾ ਹੈ। ਕਿਸ ਦਾ ਕਰਨਾ, ਕਦੋਂ ਕਰਨਾ, ਕਿਵੇਂ ਕਰਨਾ। ਹੁਣ ਚੌਥੀ ਗੱਲ ਹੈ ਕਿਉਂ ਕਰਨਾ ਹੈ। ਇਹ ਵੀ ਪ੍ਰਸ਼ਨ ਹੈ, ਕਿਉਂ ਕਰਨਾ ਬਈ, ਇਹਦੀ ਲੋੜ ਕੀ ਹੈ। ਹੁਣ ਸਤਿਗੁਰਾਂ ਨੇ ਸਾਨੂੰ ਸਮਝਾਉਣਾ ਕੀਤਾ ਕਿ ਸਾਨੂੰ ਕੋਈ ਸਾਡਾ ਪਹਿਲਾ ਜਨਮ ਨਹੀਂ ਹੈ। जन्म जन्म की इस मन को मल लागे काला हुआ श्याहू। ये पहला गेड़ा नहीं है, कई गेड़े लगे हुए हैं, बाकियों का पता कोई नहीं। करना इसलिए क्योंकि जिमें धरती दे विच आपां किन्नी मर्जी उहनूं समारीए, सुहागा भी दिंदे आ, पानी सारा कुछ करते हैं, बीज बीजदे, पर हर बारी कई बारी वक्रे किस्म के बीज निकल जाते जो, और आप हैरान होंगे कि भी आ कितों गया ये तो है ही नहीं सी, तो सारा चुकता सी पिछली बारी, ये कितों आ गया। कई बारी उन्हां परां तो उड़ के भी आ जाता है, हनेरी नाल किते सीगा आके उत्थे उत्थे जाके खड़ गया, धरती ने विच रख लिया, जो पानी लाया वो हरा हो गया, पैदा हो गया। बारी बारी स्प्रे करनी, बारी बारी गोडी करनी, कढ़ना पैंदा फसल नूं धुर लाउण लई। ये शरीर भी धरती है, ये विच पता नहीं किन्ने क जन्मां दे संस्कार साडे पए ने, इहनूं सवारना है। और ये विचों वो घाह फूस कड्ढण दे लई नाम जपना है। सीधी सारी स्पष्ट गल है, क्यों जपना है। जे वो संस्कार ही मुक गए, वो बीए विचों खत्म हो गए सारे, कल्ले अकाल पुरख वाहिगुरू परमात्मा की याद रह गई, फिर कोई वासना ही नहीं है, फिर इत्थे आउण दी लोड़ नहीं है। जुग जुग मेरे शरीर का वासना बद्धा आवे जाए, आई रौला है। अखीर वेले वासना की है, अंतकाल जो लक्ष्मी की सिमरदा है वो संस्कार है। की सिमरिया पिछली बारी वो मूल रूप दे विच सुरत बनी, और जिही जी सुरत वो राह चल पिया, पता नहीं किन्ने के जन्म भोगते फिरदे, कदे कोई वासना रही, कदे कोई रही, कदे कोई रही, कदे कोई रही। ये तो हुंदा ही नहीं हल मसला, इसलिए जपना है। क्यों का मतलब ये है, ये स्पष्ट हो गई। हुण आपां नूं गल थोड़ा जिहा होर भूमिका लै लईए। धन गुरु नानक पातशाह ने करतारपुर साहब का जो नगर बसाया, संगतां नूं उपदेश करदे, भाई गुरदास जी ने 12 में पढ़ रहा सी, उत्थे करतारपुर साहब विखे 2 प्राणी जो काफ़ी अमीर घर दे सीगे, धन गुरु नानक पातशाह की
ਦਰਸ਼ਨ ਕਰਨ ਲਈ ਆਏ, ਸਿੱਖਿਆ ਲੈਣ ਲਈ ਆਏ। ਉਹਨਾਂ ਦਾ ਨਾਂ ਇਤਿਹਾਸ ਦੇ ਵਿੱਚ ਭਾਈ ਮੰਗਾ ਅਤੇ ਭਾਈ ਮਾਲੋ ਆਉਂਦਾ ਹੈ। ਭਾਈ ਗੁਰਦਾਸ ਨੇ ਦੋ ਨਾਂ ਆਪਣੀ ਵਾਰ ਦੇ ਵਿੱਚ ਦਰਜ ਕੀਤੇ ਨੇ। ਔਰ ਉਹਨਾਂ ਨੇ ਆ ਕੇ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਕਿ ਮਹਾਰਾਜ ਅਸੀਂ ਬੜੇ ਬੇਚੈਨ ਹਾਂ, ਪਰੇਸ਼ਾਨ ਬੜੇ ਰਹਿੰਦੇ ਹਾਂ, ਅਮੀਰ ਬਹੁਤ ਹਾਂ, ਪੈਸੇ ਦੀ ਸਾਡੇ ਕੋਲ ਕੋਈ ਕਮੀ ਨਹੀਂ ਹੈ, ਬਹੁਤ ਦਿੱਤਾ ਪਰਮਾਤਮਾ ਨੇ, ਪਰ ਸਾਡੀ ਬੇਚੈਨੀ ਭਟਕਣਾ ਨਹੀਂ ਖਤਮ ਹੋਈ, ਪਰੇਸ਼ਾਨੀ ਨਹੀਂ ਖਤਮ ਹੋਈ, ਸ਼ਾਂਤੀ ਨਹੀਂ ਸਾਨੂੰ ਮਿਲ ਰਹੀ। ਅਤੇ ਗੁਰੂ ਸਾਹਿਬ ਨੇ ਕਿਹਾ ਵੀ ਐਂ ਕਰਿਆ ਕਰੋ, ਤਪ ਕਰਿਆ ਕਰੋ। ਉਹ ਹੈਰਾਨ ਹੋ ਗਏ, ਕਿਉਂਕਿ ਉਹਨਾਂ ਨੂੰ ਥੋੜ੍ਹੇ ਜਗਿਆਸੂ ਤਾਂ ਸੀਗੇ, ਪੜ੍ਹੇ ਵੀ ਸੀ। ਅਤੇ ਉਹਨਾਂ ਨੇ ਕਿਹਾ ਵੀ ਗੁਰਮਤਿ ਤਪ, ਉਹਨਾਂ ਨੇ ਪ੍ਰਸ਼ਨ ਕੀਤਾ ਉਲਟਾ ਵੀ ਸਤਿਗੁਰੂ ਤੁਸੀਂ ਤਾਂ ਤਪ ਤਾਂ ਤੁਸੀਂ ਕਹਿੰਦੇ ਵੀ ਕਰਨਾ ਹੀ ਨਹੀਂ ਹੈ, ਅਤੇ ਸਾਨੂੰ ਕਹਿੰਦੇ ਤਪ ਕਰੋ। ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਅਸੀਂ ਉਹ ਤਪ ਨਹੀਂ ਕਹਿੰਦੇ, ਇੱਕ ਜਣਾ ਬਾਣੀ ਪੜ੍ਹਿਆ ਕਰੋ, ਕਥਾ ਕਰਿਆ ਕਰੋ, ਦੂਜਾ ਸੁਣਿਆ ਕਰੋ, ਫਿਰ ਤੁਹਾਨੂੰ ਕੀਰਤਨ ਵੀ ਆਉਂਦਾ, ਸ਼ਬਦ ਗਾਇਨ ਵੀ ਆਉਂਦਾ, ਤੁਹਾਡੇ ਕੋਲ ਉਹ ਵੀ ਥੋੜ੍ਹਾ ਵਿੱਦਿਆ ਹੈ, ਫਿਰ ਇਹਨੂੰ ਸੰਗਤ ਰੂਪ ਦੇ ਜਾਂ ਕੀਰਤੀ ਦੇ ਰੂਪ ਦੇ ਵਿੱਚ ਵੀ ਗਾਉਣਾ, ਇਹਨੂੰ ਤਪ ਕਹਿੰਦੇ ਆ। ਗੁਰਮਤਿ 'ਚ ਇਹ ਤਪ ਹੈ, ਕਥਾ ਕਰਨੀ, ਸੁਣਨੀ ਅਤੇ ਕੀਰਤੀ ਕਰਨੀ ਅਕਾਲ ਪੁਰਖ ਵਾਹਿਗੁਰੂ ਦੀ, ਇਹ ਤਪ ਹੈ ਬਹੁਤ ਵੱਡਾ। ਕਿਉਂਕਿ ਜੋ ਬੋਲਣਾ ਹੈ ਇਹ ਥੋੜ੍ਹਾ ਆਸਾਨ ਹੈ, ਸੁਣਨਾ ਔਖਾ ਹੈ। ਬੋਲਣ ਵਾਲੇ ਨੇ ਸੁਣਨਾ ਵੀ ਹੈ, ਇਹ ਨਹੀਂ ਵੀ ਮੈਂ ਸੁਣਾ ਕੇ ਤੁਰਦਾ ਬਣਿਆ, ਇਹ ਨਹੀਂ, ਖੁਦ ਵੀ ਸੁਣਨਾ। ਵਾਹਿਗੁਰੂ ਕਹਿਣਾ ਤਾਂ ਅੰਦਰ ਆਪ ਵੀ ਸੁਣਨਾ ਵੀ ਅੰਦਰ ਗਿਆ ਕਿ ਨਹੀਂ ਗਿਆ। ਉਹਨਾਂ ਨੇ ਕੰਮ ਸ਼ੁਰੂ ਕੀਤਾ, ਭਾਈ ਮਾਲਾ ਅਤੇ ਭਾਈ ਮੰਗਾ ਨੇ। ਭਾਈ ਮਾਲਾ ਕਥਾ ਕਰਦਾ, ਭਾਈ ਮੰਗਾ ਸੁਣਦਾ ਧਿਆਨ ਨਾਲ, ਅਤੇ ਬਾਅਦ 'ਚ ਇਸ ਤਰ੍ਹਾਂ ਕਰਦੇ। ਔਰ ਉਹਨਾਂ ਨੂੰ ਇਸ ਤਰ੍ਹਾਂ ਦੀ ਨਜ਼ਰ ਹੋਈ ਅਕਾਲ ਪੁਰਖ ਵਾਹਿਗੁਰੂ ਗੁਰੂ ਦੀ ਕਿ ਉਹਨਾਂ ਦੇ ਕਪਾਟ ਖੁੱਲ੍ਹੇ ਔਰ ਸਤਿਗੁਰੂ ਧੰਨ ਗੁਰੂ ਨਾਨਕ ਪਾਤਸ਼ਾਹ ਕੋਲ ਗਏ, ਕਹਿੰਦੇ ਹੁਣ ਸਾਨੂੰ ਸ਼ਾਂਤੀ ਆ ਗਈ, ਸਾਡੀ ਬੇਚੈਨੀ ਖਤਮ ਹੋ ਗਈ। ਉਹਨਾਂ ਦਾ ਨਾਂ ਇਤਿਹਾਸ 'ਚ ਉਹ ਵੱਡੇ ਵੱਡੇ ਪ੍ਰਚਾਰਕ ਹੋਏ ਨੇ, ਭਾਈ ਮਾਲਾ ਅਤੇ ਮੰਗਾ, ਗੁਰੂ ਨਾਨਕ ਦੇ ਸਮੇਂ ਦੇ ਵਿੱਚ। ਸੋ ਜਿੰਨੀ ਦੇਰ ਤੱਕ ਅਸੀਂ ਸੁਣਦੇ ਨਹੀਂ ਨਾ, ਕੋਈ ਗੱਲ ਨਹੀਂ ਬਣੇਗੀ। ਔਰ ਇਹ ਸੁਣਨ ਦੇ ਲਈ ਵਿਚਾਰ ਸਕੋਚਣੇ ਪੈਣਗੇ, ਇਹਦੇ ਲਈ ਜਪ ਜ਼ਰੂਰੀ ਹੈ। ਅਗਰ ਅਸੀਂ ਨਹੀਂ ਕਰਦੇ ਤਾਂ ਗੱਲ ਨਹੀਂ ਬਣੇਗੀ। ਇੱਕ ਛੋਟੀ ਜਿਹੀ ਉਦਾਹਰਨ ਹੋਰ ਲੈ ਕੇ ਆਪਾਂ ਅੱਗੇ ਚੱਲਦੇ ਹਾਂ। ਗੁਰੂ ਅੰਗਦ ਦੇਵ ਮਹਾਰਾਜ ਦੇ ਸਮੇਂ ਵੀ ਇੱਕ ਤਪਾ ਹੋਇਆ, ਗੁਰੂ ਅਮਰਦਾਸ ਪਾਤਸ਼ਾਹ ਦੇ ਸਮੇਂ ਵੀ ਇੱਕ ਤਪਾ ਹੋਇਆ। ਜੋ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਸਮੇਂ ਤਪਾ ਹੋਇਆ, ਉਹ ਵੀ ਪਖੰਡ ਕਰਦਾ ਸੀ ਧਰਮ ਦੇ। ਉਹ ਕਹਿੰਦਾ ਮੈਂ ਮੀਂਹ ਪਵਾ ਦੂੰਗਾ, ਇਸ ਨਗਰ ਦੇ ਵਿੱਚ ਮੀਂਹ ਨਹੀਂ ਸੀ ਪੈਂਦਾ, ਕਹਿੰਦਾ ਮੈਂ ਪਵਾਊਂਗਾ। ਇਹ ਮੰਤਰ ਪੜ੍ਹ ਕੇ ਲੱਗਿਆ ਰਿਹਾ, ਪਰ ਮੀਂਹ ਪਿਆ ਨਹੀਂ, ਪੂਰੀ ਔੜ ਲੱਗ ਗਈ, ਲੋਕ ਦੁਖੀ ਹੋ ਗਏ। ਵੈਸੇ ਜਿਵੇਂ ਤੂੰ ਕਹਿੰਦਾ ਸਾਰਾ ਕੁਛ ਕਰਤਾ ਪਵਾ, ਹੁਣ ਜਦੋਂ ਨਹੀਂ ਪਿਆ ਉਹਨੇ ਖਿੱਚਾ ਧੂਈ ਕਰਕੇ ਉਹ ਚੜ੍ਹਾਈ ਕਰ ਗਿਆ, ਮਗਰ ਪੈ ਗਏ ਲੋਕ। ਦੂਜਾ ਤਪਾ ਗੁਰੂ ਅਮਰਦਾਸ ਮਹਾਰਾਜ ਦੇ ਸਮੇਂ ਬ੍ਰਾਹਮਣ ਜੋ ਜਾਤੀ ਦੇ ਵਿੱਚੋਂ ਸੀ, ਉਹ ਆਉਂਦਾ ਨਹੀਂ ਸੀ ਗੁਰੂ ਘਰ। ਗੁਰੂ ਅਮਰਦਾਸ ਪਾਤਸ਼ਾਹ ਨੇ ਇੱਕ ਵਾਰੀ ਇਹ ਐਲਾਨ ਕੀਤਾ ਵੀ ਲੰਗਰ ਦੇ ਜਿਹੜਾ ਭੋਜਨ ਛਕਣ ਆਊਗਾ ਉਹਨੂੰ ਨਾਲ ਇੱਕ ਮੋਹਰ ਵੀ ਦਿੱਤੀ ਜਾਊਗੀ। ਅਤੇ ਹੁਣ ਉਹਨੂੰ ਲਾਲਚ ਜਾਗ ਗਿਆ, ਜਜਮਾਲਿਆ ਆਪ ਤਾਂ ਆਇਆ ਨਹੀਂ, ਆਪਦਾ ਪੁੱਤਰ ਕੰਧ ਤੋਂ ਦੀ ਟਪਾਤਾ ਵੀ ਜੱਸਾ ਕਹਿਣ ਵਾਲੇ ਲਿਆਈ, ਮੈਂ ਤਾਂ ਜਾਊਂਗਾ ਕਹਿਣ, ਮੈਂ ਤਾਂ ਪਹਿਲਾਂ ਵਿਰੋਧ ਕਰੀ ਜਾਂਦਾ, ਪਤਾ ਲੱਗ ਜੂ ਤੇਰਾ ਨਹੀਂ, ਚੱਲ ਉੱਤੋਂ ਲੰਘਾ ਦਿੰਦੇ ਹਾਂ। ਕੰਧ ਟੱਪਦੇ ਸਮੇਂ ਲੱਤ ਟੁੱਟੀ। ਇਹ ਇਤਿਹਾਸ ਲੰਬੇ ਚੌੜੇ ਇਸ ਤਰ੍ਹਾਂ ਦੇ ਮਿਲਦੇ ਨੇ। ਗੁਰੂ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਜਪ ਹੈ ਜਿਹੜਾ, ਉਹ ਕਰੇ ਤੋਂ ਬਿਨਾਂ ਕੇਵਲ ਲਾਲਚ ਅਧੀਨ ਕਿਸੇ ਕੰਮ ਨੂੰ ਕਰਨ ਦੇ ਨਾਲ, ਕੋਈ ਪਖੰਡ ਕਰਨ ਦੇ ਨਾਲ ਪ੍ਰਾਪਤੀ ਨਹੀਂ ਹੋਣੀ। ਇਹ ਅੱਜ ਦੇ ਸ਼ਬਦ ਸਤਿਗੁਰੂ ਸਾਨੂੰ ਬਖਸ਼ਿਸ਼ ਕਰਦੇ ਨੇ। ਰਾਗ ਗੋਜਰੀ, ਬਾਰ ਮਹਿਲਾ ਪੰਜਵਾਂ। ਇੱਕ ਓਂਕਾਰ ਸਤਿਗੁਰ ਪ੍ਰਸਾਦ ਸੰਖੇਪ ਮੂਲ ਮੰਤਰ ਹੈ। ਇੱਕ ਹੈ ਸਰਵ ਵਿਆਪੀ ਹੈ, ਸਤਿਗੁਰੂ ਦੀ ਕਿਰਪਾ ਨਾਲ ਜਾਣਿਆ ਜਾਂਦਾ ਹੈ। ਆਓ ਆਪਾਂ ਹੁਣ ਸਰਵਣ ਕਰਦੇ ਹਾਂ ਸਰਲ ਰੂਪ ਦੇ ਵਿੱਚ। ਸ਼ਲੋਕ ਮਹਿਲਾ ਪੰਜਵਾਂ, ਧੰਨ ਗੁਰੂ ਅਰਜਨ ਪਾਤਸ਼ਾਹ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ। ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ। ਅੰਤਰ ਮੈਨੇ ਅੰਦਰ, ਬਾਹਰ ਨਹੀਂ, ਅੰਤਰ ਅੰਦਰ। ਗੁਰ ਆਰਾਧਨਾ, ਆਰਾਧਨਾ ਮੈਨੇ ਯਾਦ ਕਰਨਾ। ਸ਼ਬਦਾਂ ਦੇ ਪਹਿਲਾਂ ਉਹਨੂੰ ਸਰ ਲਾਉਣੇ ਚਾਹੀਦੇ, ਇੰਨੇ ਤਾਂ ਪਤਾ ਨਹੀਂ ਲੱਗਦਾ ਕੀ ਆਰਾਧਨਾ। ਆਰਾਧਨਾ ਦਾ ਮੈਨੇ ਯਾਦ, ਚੇਤੇ 'ਚ ਅੰਦਰ ਯਾਦ ਕਰਨਾ। ਸਾਡੇ ਅੰਦਰ ਬਹੁਤ ਸਾਰੀਆਂ ਯਾਦਾਂ ਨੇ,
दुनिया ਦੀਆਂ ਸਾਰੀਆਂ ਜਾਤਾਂ ਸਾਡੇ ਅੰਦਰ ਨੇ, ਆਪਣੇ ਪਰਿਵਾਰ ਦੀਆਂ, ਸੰਸਾਰ ਦੀਆਂ, ਕਿਤੋਂ ਲੈਣਾ ਕੀ ਕਰਨਾ ਸਭ ਕੁਝ ਚੱਲ ਜਾਣੇ। ਗੁਰੂ ਮਹਾਰਾਜ ਵਿੱਚ ਨੇ ਇਸ ਤਰ੍ਹਾਂ ਕਰ, ਅੰਦਰ ਗੁਰੂ ਨੂੰ ਯਾਦ ਕਰ, ਅੰਤਰ ਗੁਰ ਆਰਾਧਨਾ, ਅੰਦਰ ਤਾਂ ਇਹ ਕੰਮ ਕਰ। ਜਿਹਵਾ ਜਪ ਗੁਰਨਾਉ, ਅਤੇ ਜੀਵ ਦੇ ਨਾਲ ਗੁਰੂ ਦਾ ਨਾਮ ਜਪ ਉਚਾਰਨ ਕਰ। ਜੀਵ ਨਾਲ ਵੀ ਜਪ, ਅੰਦਰ ਵੀ ਯਾਦ ਕਰ, ਦੋ ਕੰਮ ਕਰ। ਜਿਵੇਂ ਜਪੇਗਾ ਤਾਂ ਅੰਦਰ ਚੱਲੂਗਾ, ਇਸ ਲਈ ਜਪਣਾ ਪਹਿਲਾਂ ਅਤਿਅੰਤ ਜ਼ਰੂਰੀ ਹੈ, ਫਿਰ ਉਹ ਅੰਦਰ ਦਾ ਹਿੱਸਾ ਬਣ ਜਾਊ, ਫਿਰ ਆਪੇ ਚੱਲੀ ਜਾਊਗਾ, ਫਿਰ ਵਾਹਿਗੁਰੂ ਆਪੇ ਹੋ ਜਾਣਾ। ਕੀ ਕਰਨ ਦੀ ਲੋੜ ਨਹੀਂ ਬਣੀ, ਫਿਰ ਉੱਚੀ ਉਚਾਰਨ ਦੀ ਲੋੜ ਨਹੀਂ ਪੈਣੀ, ਉਹ ਅਵਸਥਾ ਦੇ ਦੇਣੀ ਗੁਰੂ ਨੇ। ਨੇਤਰੀ ਸਤਿਗੁਰ ਪੇਖਣਾ, ਸ਼ਰਵਣੀ ਸੁਣਨਾ ਗੁਰਨਾਉ, ਅੱਖਾਂ ਦੇ ਨਾਲ ਸਤਿਗੁਰੂ ਨੂੰ ਵੇਖ, ਦਰਸ਼ਨ ਕਰ। ਕਿਉਂਕਿ ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹੋਂ ਕਰੋ ਨਿਵਾਸ। ਹੁਣ ਦੀ ਸਥਿਤੀ, ਜਦੋਂ ਗੁਰੂ ਖੁਦ ਸਰੀਰਕ ਜਾਮੇ ਸੀ ਉਦੋਂ ਗੁਰੂ ਦੇ ਦਰਸ਼ਨ, ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਸੰਗਤ ਦੇ ਰੂਪ ਦੇ ਵਿੱਚ। ਉਹ ਜੋ ਬਾਹਰਲੀ ਸਰਗੁਣ ਅਤੇ ਨਿਰਗੁਣ ਵਾਲੀ ਕਿਰਿਆ ਦੋਨੇ ਚੱਲਦੀਆਂ ਨੇ ਇੱਥੇ, ਸ਼ਬਦ ਰੂਪ ਦੇ ਵਿੱਚ ਅਤੇ ਸਰਗੁਣ ਰੂਪ ਦੇ ਵਿੱਚ ਦਰਸ਼ਨ ਹੁੰਦੇ ਨੇ। ਸੰਗਤ ਦੇ ਦਰਸ਼ਨ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਨੇਤਰੀ ਸਤਿਗੁਰ ਪੇਖਣਾ, ਦੇਖ ਕਰ ਦਰਸ਼ਨ। ਸ਼ਰਵਣੀ ਸੁਣਨਾ ਗੁਰਨਾਉ, ਅਤੇ ਕੰਨਾਂ ਦੇ ਨਾਲ ਗੁਰੂ ਦਾ ਨਾਂ ਸੁਣ। ਇਹ ਸ਼ਰਵਣ ਮੇਰੇ ਸਾਚਾ ਸੁਣਨੇ ਨੂੰ ਉਠਾਏ, ਹੁਣੇ ਆਪਾਂ ਪੜ੍ਹ ਕੇ ਸੁਣ ਕੇ ਹਟੇ। ਕੰਨਾਂ ਦੇ ਨਾਲ ਨਾਂ ਸੁਣ, ਅੱਖਾਂ ਦੇ ਨਾਲ ਵੇਖ, ਅੰਦਰੋਂ ਯਾਦ ਕਰ, ਅਤੇ ਜੀਵਾ ਦੇ ਨਾਲ ਜਪ। ਸਤਿਗੁਰ ਸੇਤੀ ਰਤਿਆ, ਦਰਗਹਿ ਪਾਈਐ ਠਾਓ। ਫਿਰ ਪ੍ਰਸ਼ਨ ਉੱਠਦਾ ਇੱਕ ਮਨ ਦੇ ਵਿੱਚ ਜਗਿਆਸੂ ਦੇ, ਵੀ ਚਲੋ ਗੁਰੂ ਸਾਹਿਬ ਤੁਹਾਡਾ ਹੁਕਮ ਹੈ, ਅਸੀਂ ਇਸ ਤਰ੍ਹਾਂ ਕਰਦੇ ਹਾਂ, ਪਰ ਸਾਨੂੰ ਮਿਲੂਗੀ ਕੀ ਪ੍ਰਾਪਤੀ ਹੋਊਗੀ ਕਰਨ ਨਾਲ। ਸੇਤੀ ਮੈਨੇ ਨਾਲ, ਸਤਿਗੁਰੂ ਦੇ ਨਾਲ ਪ੍ਰੇਮ ਕਰਨ ਸਦਕਾ। ਸਤਿਗੁਰ ਸੇਤੀ ਰਤਿਆ, ਦਰਗਹਿ ਪਾਈਐ ਠਾਉ, ਦਰਗਾਹ 'ਚ ਥਾਂ ਮਿਲ ਜੂਗਾ। ਠਾਉ ਮੈਨੇ ਥਾਂ, ਉੱਥੇ ਵੈਸੇ ਕੋਈ ਟਿਕਾਣਾ ਨਹੀਂ ਹੈ, ਕਈਆਂ ਨੂੰ ਤਾਂ ਇੱਥੇ ਵੀ ਨਹੀਂ ਲੱਭਦਾ, ਇੱਥੇ ਟਿਕਾਣੇ ਬਦਲਦੇ, ਇੱਥੇ ਕੋਈ ਪੱਕਾ ਟਿਕਾਣਾ ਤਾਂ ਹੈ ਹੀ ਨਹੀਂ, ਪਰ ਫਿਰ ਵੀ ਕਈਆਂ ਦੇ ਨਸੀਬ ਨਹੀਂ ਹੁੰਦਾ। ਆ ਗਿਆ ਬਾ ਇੱਥੇ ਕੋਈ ਪੱਕਾ ਨਹੀਂ, ਆ ਗਿਆ ਚਲਾ ਗਿਆ, ਉੱਥੇ ਪੱਕਾ ਟਿਕਾਣਾ। ਜੇ ਦਰਗਾਹ 'ਚ ਟਿਕਾਣਾ ਮਿਲ ਗਿਆ ਬਸ ਗੱਲ ਬਣ ਗਈ, ਫਿਰ ਕਿੱਧਰ ਭੱਜਣਗੇ। ਅਸਲ ਘਰ ਤਾਂ ਆਪਣਾ ਉਹੀ ਹੈ। ਇੱਥੇ ਤਾਂ ਆਪਾਂ ਸੰਸਕਾਰ ਆਪਦੇ ਪੂਰਤੀ ਕਰਨ ਦੇ ਲਿਆਉਂਦੇ ਹਾਂ, ਜੋ ਪਿਛਲੇ ਸਾਰੇ ਨੇ। ਜਿੰਨੀ ਦੇਰ ਤੱਕ ਲੇਖਾ ਨਹੀਂ ਮੁੱਕਦਾ ਉਨੀ ਦੇਰ ਤੱਕ ਆਵਾਗਮਨ ਛੁੱਟਦਾ ਨਹੀਂ, ਲੇਖਾ ਮੁੱਕਣਾ ਨਹੀਂ, ਆਵਾਜਾਈ ਮੁੱਕਣੀ ਨਹੀਂ। ਸਤਿਗੁਰੂ ਉੱਥੇ ਤੱਕ ਰਹਿੰਦੇ। ਦਰਗਹਿ ਪਾਈਐ ਠਾਉ, ਆਹ ਦਰਗਾਹ ਹੈ ਇੱਥੇ, ਇਸ ਦੁਨੀਆ ਦੀ ਦਰਗਾਹ ਆਹ ਹੈ ਜਿੱਥੇ ਬੈਠੇ ਹਾਂ, ਇਹਨੂੰ ਦਰਗਾਹ ਕਿਹਾ ਜਾਂਦਾ। ਇੱਥੇ ਕਿਉਂਕਿ ਇੱਥੇ ਜਦੋਂ ਗੁਰੂ ਦੀ ਸ਼ਰਨ 'ਚ ਆਉਂਦਾ ਹੈ, ਲਗਾਤਾਰ ਮਹਾਰਾਜ ਦੀ ਕਿਰਪਾ ਬਖਸ਼ ਸਦਕਾ ਉਹ ਪਾਤਰਤਾ ਬਣਦੀ ਹੈ ਉਹਦੀ, ਅਤੇ ਇੱਥੇ ਸ਼ਾਂਤੀ ਮਿਲਦੀ ਹੈ, ਬੇਚੈਨੀ ਦੂਰ ਹੁੰਦੀ ਹੈ, ਭਟਕਣਾ ਦੂਰ ਹੁੰਦੀ ਹੈ, ਇੱਕ ਸਮਝ ਆਉਂਦੀ ਹੈ, ਹਲਕਾ ਫੁਲਕਾ ਹੁੰਦਾ ਹੈ। ਇਹ ਟਿਕਾਣਾ, ਪਰ ਇੱਥੇ ਬਹਿੰਦਾ ਹੀ ਨਹੀਂ ਹੈ। ਜਿੱਥੇ ਬਹਿੰਦਾ ਉੱਥੇ ਸ਼ਾਂਤੀ ਨਹੀਂ ਮਿਲਦੀ, ਜਿੱਥੇ ਸ਼ਾਂਤੀ ਮਿਲਦੀ ਉੱਥੇ ਬਹਿੰਦਾ ਨਹੀਂ। ਇਹ ਸਾਡਾ ਸੁਭਾਅ ਬਣਿਆ ਹੋਇਆ। ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵੱਥ ਦੇ। ਹੁਣ ਸਾਰਾ ਖੇਲ ਕਿਰਪਾ 'ਤੇ। ਗੁਰੂ ਨਾਨਕ ਪਾਤਸ਼ਾਹ ਬਚਨ ਕਰਦੇ ਨੇ, ਕਹੋ ਨਾਨਕ ਫਰਮਾਉਂਦੇ ਨੇ, ਜੀ 'ਤੇ ਕਿਰਪਾ ਹੋ ਗਈ ਉਹਨੂੰ ਇਹ ਵਸਤੂ ਮਿਲ ਜਾਂਦੀ ਹੈ। ਇਹ ਵੱਥ ਪ੍ਰੇਮ ਰੂਪੀ ਗੁਰੂ ਦੇ ਪ੍ਰੇਮ ਵਾਲੀ, ਦਰਗਾਹ 'ਚ ਟਿਕਾਣੇ ਵਾਲੀ, ਨਾਮ ਜਪਣ ਵਾਲੀ। ਜਗ ਮੈਂ ਉੱਤਮ ਕਾਢੀਆਂ ਹੈ ਵਿਰਲੇ ਕਈ ਕੇ, ਪਰ ਇਸ ਸੰਸਾਰ ਦੇ ਵਿੱਚ ਕਈ ਕੇ ਮੈਨੇ ਕੋਈ ਵਿਰਲੇ ਉੱਤਮ ਪੁਰਸ਼ ਹੈ ਜੋ ਇਸ ਤਰ੍ਹਾਂ ਦੀ ਪ੍ਰਾਪਤੀ ਤੱਕ ਪਹੁੰਚ ਜਾਂਦਾ ਗੁਰੂ ਕਿਰਪਾ ਸਦਕਾ। ਸਭ ਦੇ ਹਿੱਸੇ ਨਹੀਂ ਹੁੰਦਾ। ਮਹਿਲਾ ਪੰਜਵਾਂ, ਰੱਖੇ ਰੱਖਣ ਹਾਰ ਆਪ ਉਵਾਰਿਆਨ। ਇੱਥੇ ਰਾਜੇ ਨੂੰ ਸਿਹਾਰੀ ਆ, ਉਵਾਰਿਆਨ। ਵੀ ਉਵਾਰੀਏ ਨਹੀਂ ਬੜੀਆਂ, ਰਾਜੇ ਨੂੰ ਪਿਆਰੀ ਬੜੀ ਜਾਂਦੇ ਨੇ ਕਦੇ ਤੁਸੀਂ ਸੁਣ। ਕਿਉਂਕਿ ਇਹ ਜੋ ਅੱਗੇ ਨਾ ਹੈ ਮਹਿਲਾ ਪੰਜਵਾਂ ਦਾ, ਇਹ ਕਈ ਜੋ ਗੁਟਕੇ ਬਾਜ਼ਾਰੂ ਮਿਲਦੇ ਨੇ ਉਹਨਾਂ ਦੇ ਵਿੱਚ ਵੀ ਉਹਨਾਂ ਨੇ ਰਹਿ ਰਾਸ ਦੇ ਵਿੱਚ ਛਾਪ ਰੱਖਿਆ, ਰੱਖੇ ਰੱਖਣ ਹਾਰ ਆਪ ਉਵਾਰਿਆਨ, ਗੁਰ ਕੀ ਪੈਰੀ ਪਾਏ ਕਾਜ ਸਵਾਰਿਆਨ। ਕਿਉਂਕਿ ਇਹਦੇ ਵਿੱਚ ਇਹ ਸ਼ਲੋਕ ਨਹੀਂ ਹੈ, ਪੂਰੀ ਪੌੜੀ ਨਹੀਂ ਹੈ, ਮਾਫ਼ ਕਰਨਾ ਅੱਗੇ। ਇਸ ਕਰਕੇ ਸ਼੍ਰੋਮਣੀ ਕਮੇਟੀ ਨੇ ਜੋ ਛਾਪੇ ਰਹਿ ਰਾਸ ਦੇ ਗੁਟਕੇ ਸਾਹਿਬ, ਉਹਨਾਂ ਦੇ ਵਿੱਚੋਂ ਕੱਢ ਦਿੱਤਾ ਗਿਆ। ਔਰ ਇਸ ਤਰੀ ਜੋ ਅਖੀਰ ਵਾਲਾ ਸ਼ਲੋਕ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਜਮਾ ਲਾਸਟ ਵਾਲਾ ਸ਼ਲੋਕ ਹੈ,
ਉਹਦੇ ਅੱਗੇ ਪੜ੍ਹਨ ਦਾ ਵੀ ਕੋਈ ਵਿਧਾਨ ਨਹੀਂ ਹੈ, ਉਹ ਵੀ ਕੱਢ ਦਿੱਤਾ ਗਿਆ। ਹੁਣ ਇਹ ਇੱਕ ਆਦਮ ਨਰਾਲਾ ਆਪਾਂ ਕਹਿ ਦਈਏ ਕਿ ਜਿਹਦਾ ਜੀ ਕੀਤਾ ਜਿਵੇਂ ਮਰਜ਼ੀ ਚੱਪ। ਇਸ ਕਰਕੇ ਹੁਣ ਰੋਕ ਲਾਈ ਹੈ ਥੋੜ੍ਹਾ ਜਿਹਾ, ਔਰ ਜ਼ਰੂਰੀ ਵੀ ਹੈ ਕਿ ਵੀ ਇੱਥੋਂ ਲੈ ਕੇ ਇੱਥੇ ਤੱਕ ਭਈ ਰਹਿਰਾਸ ਸਾਹਿਬ ਦੀ ਬਾਣੀ ਹੈ, ਇਹ ਪੜ੍ਹਨੀ ਹੈ, ਉਚਾਰਨ ਕਰਨੇ ਆ। ਉਹਨੇ ਟਾਈਮ ਲਈ ਉਹ ਸ਼ਬਦ ਜੋ ਸਾਰੇ ਪੰਥ ਨੇ ਮਾਨਤਾ ਦੇ ਰੂਪ ਦੇ ਵਿੱਚ ਇੱਕ ਗੁਰੂ ਮਹਾਰਾਜ ਤੋਂ ਬਖਸ਼ਿਸ਼ ਲੈ ਕੇ ਤਿਆਰ ਕੀਤਾ ਕਿ ਵੀ ਇਹ ਰੱਖ ਲਓ। ਹੁਣ ਸਾਡੀ ਸਮੱਸਿਆ ਕੀ ਹੈ ਕਿ ਨਹੀਂ ਜੀ ਅਸੀਂ ਤਾਂ ਆਹ ਵੀ ਪੜ੍ਹਨਾ ਹੈ, ਜੀ ਅਸੀਂ ਆਹ ਵੀ ਪੜ੍ਹਨਾ ਹੈ, ਜੀ ਅਸੀਂ ਉਹ ਵੀ ਕਰਨਾ, ਜੀ ਅਸੀਂ ਉਹ ਵੀ ਕਰਨਾ। ਬਾਣੀ ਪੜ੍ਹਨੀ ਕੋਈ ਮਾੜੀ ਨਹੀਂ ਹੈ, ਜਿੰਨੀ ਮਰਜ਼ੀ ਪੜ੍ਹੋ, ਪਰ ਕੋਈ ਵਿਧਾਨ ਤਾਂ ਹੋਵੇ ਨਾ। ਹੁਣ ਕੋਈ ਦੂਸਰੇ ਜੇ ਕਿਸੇ ਧਰਮ ਦਾ ਵਿਅਕਤੀ ਪੁੱਛਦਾ ਵੀ ਤੁਹਾਡਾ ਰਹਿਰਾਸ ਦਾ ਪਾਠ ਕਰਨਾ ਜੀ, ਮੈਂ ਕਿੱਥੋਂ ਹੈ, ਉਹਨੂੰ ਦੱਸ ਦਿੱਤਾ ਜਿਹੜਾ ਆਪਣਾ ਕੇਂਦਰੀ ਧੁਰਾ ਵੀ ਇੱਥੇ ਹੈ। ਉਹ ਕਹਿੰਦਾ ਮੈਂ ਤਾਂ ਆਪ ਪੜ੍ਹੀ ਜਾਂਦਾ, ਉਹ ਲੈ ਕੇ ਅਸੀਂ ਆਹ ਹੈ, ਉਹ ਫਲਾਣੇ ਬਾਬੇ ਨੇ ਐ ਛਾਪ ਰੱਖਿਆ, ਉਹਨੇ ਐ ਨਹੀਂ ਕਰਨਾ, ਉਹ 'ਚ ਮਾਫ਼ ਕਰਨਾ। ਗੁਰੂ ਮਹਾਰਾਜ ਸਾਨੂੰ ਕੱਢਣ ਉਸ ਘੇਰੇ 'ਚੋਂ। ਰੱਖੇ ਰੱਖਣ ਹਾਰ ਆਪ ਉਵਾਰਿਆ ਨਾ, ਉਹ ਰੱਖਣ ਵਾਲਾ ਆਪ ਉਵਾਰਦਾ ਸਾਨੂੰ, ਭਾਵ ਕਿ ਸਾਨੂੰ ਅਕਾਲ ਪੁਰਖ ਵਾਹਿਗੁਰੂ ਉਧਾਰ ਕਰਦਾ ਸਾਡਾ, ਕਿਉਂਕਿ ਸਾਡਾ ਰਖਵਾਲਾ ਉਹ ਹੈ। ਗੁਰ ਕੀ ਪੈਰੀ ਪਾਏ ਕਾਜ ਸਵਾਰਿਆ ਨਾ, ਗੁਰੂ ਦੇ ਚਰਨ 'ਚ ਆਉਣ ਨਾਲ, ਗੁਰੂ ਦੀ ਸ਼ਰਨ 'ਚ ਆਉਣ ਨਾਲ, ਗੁਰੂ ਦੇ ਅੱਗੇ ਆਤਮ ਸਮਰਪਣ ਕਰਨ ਨਾਲ ਕਾਜ ਸਵਾਰਿਆ ਨਾ। ਆਪਣਾ ਇੱਕੋ ਹੀ ਮਸਲਾ ਹੋਵੇ ਦੁਨੀਆ 'ਚ ਵੀ ਸਾਡੇ ਕੰਮ ਸਮਝ ਜਾਣ, ਹੋਰ ਤਾਂ ਕੋਈ ਰੌਲੀ ਨਹੀਂ ਆ। ਇਹ ਰੌਲਾ ਪੈਂਦਾ ਰਿਹਾ ਮੇਰਾ ਆ ਵੀ ਰਹਿ ਗਿਆ ਜੀ, ਮੇਰਾ ਆ ਵੀ ਰਹਿ ਗਿਆ, ਮੇਰਾ ਆ ਵੀ ਰਹਿ ਗਿਆ। ਅਤੇ ਕਹਿੰਦੇ ਤੂੰ ਆ ਜਾ ਗੁਰੂ ਦੀ ਪੈਰੀ ਪਾਏ, ਮੈਨੇ ਉਹਦੀ ਸ਼ਰਨ 'ਚ ਆ, ਗੁਰੂ ਦੀ ਸ਼ਰਨ 'ਚ, ਤੇਰੇ ਕਾਜ ਸਮਝ ਜਾਣਗੇ। ਮੈਂ ਗਰੰਟੀ ਦਿੰਦਾ ਗੁਰੂ ਅਰਜਨ ਦੇਵ ਮਹਾਰਾਜ, ਗੁਰ ਕੀ ਪੈਰੀ ਪਾਏ ਕਾਜ, ਕਿਹੜੇ ਕਿੰਨੇ ਕੁ ਤੇਰੇ ਕਾਜ ਨੇ, ਤੈਨੂੰ ਸਮਝ ਆ ਜਾਣੇ ਕਿ ਆਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ, ਸਾਧ ਸੰਗਤ ਭਜ ਕੇਵਲ ਨਾਮ। ਦੁਨਿਆਵੀ ਜੋ ਕਿਰਤ ਹੈ ਕਰਨੀ ਹੈ, ਜੋ ਕੰਮ ਧੰਦੇ ਤੇਰੀ ਡਿਊਟੀ ਲਈ ਕਰਨੀ ਹੈ, ਤੇਰੇ ਸਮਰਨਗੇ ਵੀ ਗਰੰਟੀ ਹੈ। ਇਹ ਨਹੀਂ ਵੀ ਨਹੀਂ ਗੁਰੂ ਸਮਾਰੂਗਾ, ਗੁਰੂ ਸਮਰੱਥ ਹੈ, ਭਰੋਸਾ ਕਰੋ ਉੱਪਰ ਪੂਰਨ। ਜੋ ਤੂੰ ਚਾਹੁੰਦਾ ਹੈ, ਜਿਹੜੇ ਤੇਰੇ ਕੰਮ ਤੈਨੂੰ ਵਿਗੜੇ ਲੱਗਦੇ ਆ, ਗੁਰੂ ਕੋਲੇ ਤਾਂ ਕਲਾ ਹੈਗੀ ਹੈ, ਗੁਰੂ ਕੋਲੇ ਸਮਰੱਥਾ ਵੀ ਹੈ, ਗੁਰੂ ਸਵਾਰ ਸਕਦਾ। ਹੋਆ ਆਪ ਦਿਆਲ ਮਨਹੁ ਨਾ ਵਿਸਾਰਿਆ ਨਾ, ਜਦੋਂ ਉਹ ਦਿਆਲ ਹੁੰਦਾ ਹੈ, ਹੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀਓ, ਮੇਰੇ 'ਤੇ ਇਹ ਕਿਰਪਾ ਕਰੋ ਕਿ ਮੈਨੂੰ ਵਿਸਾਰੋ ਨਾ, ਤੁਸੀਂ ਮੋਹੇ ਨਾ ਵਿਸਾਰੋ ਮੈਂ ਜਨ ਤੇਰਾ, ਕਿਉਂਕਿ ਮੈਂ ਤਾਂ ਭੁੱਲੀ ਹੋਇਆ। ਅਤੇ ਅਕਾਲ ਪੁਰਖ ਵਾਹਿਗੁਰੂ ਵੈਸੇ ਸਾਨੂੰ ਭੁੱਲਦਾ ਨਹੀਂ ਹੈ, ਸਾਡਾ ਪ੍ਰਤਪਾਲਕ ਹੈ, ਸਾਡਾ ਮਾਂ ਬਾਪ ਹੈ, ਸਾਡੇ ਸਾਰਿਆਂ ਦੀ ਪਾਲਣਾ ਕਰਦਾ। ਪਰ ਬੇਨਤੀ ਕਰਦੇ ਹਾਂ ਕਿ ਮੇਰੇ 'ਤੇ ਇਹ ਦਇਆ ਬਣਾ ਕੇ ਰੱਖੀ ਕਿ ਮੈਨੂੰ ਨਾ ਇਸ ਤਰ੍ਹਾਂ ਦੀ ਮੇਰੇ ਨਾਲ ਕੋਈ ਕਿਰਿਆ ਹੋਵੇ। ਵੈਸੇ ਗੁਰੂ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਸਾਨੂੰ ਵਿਸਾਰਦਾ ਨਹੀਂ ਹੈ, ਜੇ ਉਹਨੇ ਵਿਸਾਰਤਾ ਫਿਰ ਤਾਂ ਗਿਆ ਕੰਮ, ਕਿਉਂਕਿ ਅਸੀਂ ਸਾਰੇ ਜੀ ਜਾਂ ਤਾਂ ਤੇਰੇ ਧਾਰੇ, ਉਹਨੇ ਸਾਨੂੰ ਬਣਾ ਕੇ ਭੇਜਿਆ ਅਤੇ ਉਸ ਦੀ ਜੋਤ ਸਦਕਾ, ਸ਼ਕਤੀ ਸਦਕਾ ਅਸੀਂ ਬੋਲ ਸੁਣ ਚੱਲ ਫਿਰ ਰਹੇ ਹਾਂ। ਆਪਣਾ ਨਹੀਂ ਇਹਦੇ ਵਿੱਚ ਕੁਛ ਵੀ। ਸਾਧ ਜਨਾਂ ਕੈ ਸੰਗ ਭਵ ਜਲ ਤਾਰਿਆ ਨਾ, ਸੋ ਭਵ ਜਲ ਤੋਂ ਪਾਰ ਉਤਾਰਾ ਹੋਊਗਾ ਸਤ ਸੰਗਤ ਕਰਕੇ। ਸਾਧ ਜਨਾਂ ਕੈ ਸੰਗ, ਜਨਾਂ ਦਾ ਸੰਗ ਕਰਨਾ। ਜਨ ਇੱਕ ਪਦਵੀ ਹੈ, ਇੱਕ ਪਦ ਹੈ। ਜਨ ਨਾਨਕ ਧੂਰ ਮੰਗੈ, ਉੱਥੇ ਆਪਦੇ ਨਾਲ ਵੀ ਸਤਿਗੁਰਾਂ ਨੇ ਲਾਇਆ, ਨਾਨਕ ਧੂਰ ਮੰਗੈ ਤਿਸ ਜਨ ਕੀ। ਇਸ ਤਰ੍ਹਾਂ ਦੇ ਜੋ ਪੰਕਤੀਆਂ ਆਉਂਦੀਆਂ ਨੇ, ਜਨ ਸ਼ਬਦ ਬੜਾ ਇੱਕ ਪਿਆਰਾ ਸ਼ਬਦ ਹੈ, ਜਿਹੜੀ ਕਿ ਬਹੁਤ ਵੱਡੀ ਉੱਪਰਲੀ ਉਪਾਧੀ ਹੈ। ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਕੌਣ ਹੈ ਜਨ? ਜਿਹਦੇ ਕੋਲ ਦੋ ਚੀਜ਼ਾਂ ਨੇ। ਹੁਣ ਆਪਣੇ ਵੀਰੇ ਜਨ ਕਿਹਨੂੰ ਕਹਾਂਗੇ? ਬਸ ਦੋਨੋਂ ਚੀਜ਼ਾਂ ਹੋ ਗਈਆਂ ਤਾਂ ਜਨ ਹੈ। ਕਿਹੜੀਆਂ? ਇੱਕ ਸੱਤ, ਇੱਕ ਸੰਤੋਖ। ਮਹਾਰਾਜ ਦੇ ਬਚਨ ਆਉਂਦੇ ਨੇ, ਸੱਤ ਸੰਤੋਖ ਜੇ ਪੱਲੇ ਹੈ ਨਾ, ਤਾਂ ਸੱਤ ਸੰਤੋਖ ਹੋਵੇ ਅਰਦਾਸ। ਤਾਂ ਸੁਣ ਸੱਦ ਬਹਾਲੈ ਪਾਸ, ਵਿਆਜਤ ਮੇਰਾ ਜਨ ਹੈ। ਸੱਚ ਵੀ ਹੈ ਤੇਰੇ ਪੱਲੇ ਅਤੇ ਸੰਤੋਖ ਵੀ ਹੈ। ਹੁਣ ਸਾਡੇ ਕੋਲ ਦੋਨੇ ਨਹੀਂ ਹੈ, ਫੇਰ ਨਹੀਂ ਜਨ ਦੇ ਘੇਰੇ 'ਚ ਆਉਂਦਾ, ਦੋਨਾਂ ਵਾਲੇ ਜਨ ਦੇ ਘੇਰੇ 'ਚ ਆ ਜਾਂਦੇ। ਸਾਧ ਜਨਾਂ ਕੈ ਸੰਗ ਭਵ ਜਲ ਤਾਰੀਆਂ, ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਵਧਾਰੀਆਂ। ਸਾਕਤ
ਪੁਰਸ਼ ਜੋ ਪਰਮਾਤਮਾ ਨੂੰ ਨਹੀਂ ਮੰਨਦੇ, ਨਿੰਦਿਆ ਕਰਨ ਵਾਲੇ, ਦੋਖੀ, ਖਿਨ ਮੈਨੇ ਇੱਕ ਪਲ 'ਚ, ਬਦਾਰੀਆਂ ਮੈਨੇ ਨਸ਼ਟ ਕਰ ਦਿੰਦਾ। ਉਹਨੂੰ ਕਿਸੇ ਦੀ ਸਲਾਹ ਲੈਣ ਦੀ ਲੋੜ ਨਹੀਂ ਹੈ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਗੁਰੂ ਕੋਲ ਸਮਰੱਥ ਹੈ, ਸ਼ਕਤੀ ਹੈ, ਤਾਕਤ ਹੈ। ਉਹ ਇਸ ਤਰ੍ਹਾਂ ਦੀ ਸ਼੍ਰੇਣੀ 'ਚ ਆਉਣ ਵਾਲੇ ਵਿਅਕਤੀਆਂ ਨੂੰ ਇੱਕ ਪਲ ਦੇ ਵਿੱਚ ਨਸ਼ਟ ਕਰਦਾ ਹੈ। ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ। ਉਸ ਸਾਹਿਬ ਦੀ ਟੇਕ ਰੱਖਣੀ ਹੈ ਕਿੱਥੇ? ਮਨ 'ਚ। ਸਾਡਾ ਮਨ ਕਈ ਸਹਾਰੇ ਭਾਲਦਾ ਰਹਿੰਦਾ, ਮਾਇਆ ਦੇ, ਵੱਡੇ ਰਿਸ਼ਤੇਦਾਰਾਂ ਦੇ, ਕਿਸੇ ਰਾਜਨੀਤਿਕ ਦੇ, ਕਿਸੇ ਉਹਦੇ ਵੀ ਇਹਦੇ ਨਾਲ ਮੇਰੀ ਹੈਗੀ, ਮੈਨੂੰ ਦੀ ਆਪਾਂ ਨੂੰ ਕੋਈ ਪਰਵਾਹ ਨਹੀਂ। ਇਹ ਨਹੀਂ ਹੈ। ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਤੁਮਰੀ ਟੇਕ ਪੂਰੇ ਮੇਰੇ ਸਤਿਗੁਰ, ਮਨ ਸ਼ਰਨ ਤੁਮਾਰੇ ਪਰੀ। ਅਚੇਤ ਇਆਣੇ ਬਾਰਕ ਨਾਨਕ, ਹਮ ਤੁਮ ਰਾਖੋ ਧਾਰ ਕਰੀ। ਇਹ ਬਚਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਰਜ ਨੇ। ਤੁਮਰੀ ਟੇਕ ਪੂਰੇ ਮੇਰੇ ਸਤਿਗੁਰ। ਟੇਕ ਇੱਕ 'ਤੇ ਰੱਖਣੀ ਹੈ, ਕਿਉਂਕਿ ਨਾਨਕ ਨਾਮ ਅਰਾਧਿਆ ਕਾਰਜ ਆਵੇ ਰਾਸ, ਉਹਨੇ ਰਾਸ ਕਰਨਾ। ਜਿੰਨੀ ਦੇਰ ਤੱਕ ਸਾਨੂੰ ਟੇਕ ਹੀ ਸਾਡੀ ਉਰਾਂ ਪਰਾਂ ਹੈ, ਅਤੇ ਨਾਲੇ ਗੁਰੂ ਦੀ ਸ਼ਰਨ ਦੇ ਵਿੱਚ ਵੀ ਆਉਂਦੇ ਫਿਰਦੇ ਆ ਮਾੜਾ ਮੋਟਾ, ਨਾਲੇ ਹੋਰ ਟੇਕ ਆਸਰੇ ਰੱਖੇ ਹੋਏ ਨੇ, ਫਿਰ ਗੱਲ ਨਹੀਂ ਬਣਨੀ। ਪੂਰਾ ਟੋਟਲ ਭਰੋਸਾ ਟੇਕ ਉਹ 'ਤੇ ਆਵੇ, ਤੇ ਇੱਥੋਂ ਬਿਨਾਂ ਮੇਰਾ ਕੰਮ ਨਹੀਂ ਹੋ ਸਕਦਾ। ਠੀਕ ਹੈ, ਦੁਨੀਆਦਾਰੀ ਦੇ ਵਿੱਚ ਜੋ ਵੀ ਕੰਮ ਕਰਨੇ ਨੇ, ਅਸੀਂ ਉਰਾਂ ਪਰਾਂ ਮਿਲਣੇ ਆ, ਉਹ ਤੇਰੀ ਕਿਰਪਾ ਨਾਲੇ ਮੇਰੇ ਹੋਣੇ ਨੇ। ਉਹਨਾਂ ਦੇ ਵਿੱਚ ਵੀ ਸਾਰਿਆਂ 'ਚ ਤੂੰ ਬੈਠਾ, ਤੈਂ ਕਰਾਉਣੇ ਨੇ ਮੇਰੇ ਕੰਮ। ਇਸ ਕਰਕੇ ਮਨ ਦੇ ਵਿੱਚ ਟੇਕ ਕਿਹਦੀ ਰੱਖਣੀ ਹੈ? ਉਸ ਸਾਹਿਬ ਦੀ, ਗੁਰ ਪਰਮੇਸ਼ਰ ਦੀ। ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ, ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ। ਕੀ ਹੁੰਦਾ? ਉਹਦੀ ਟੇਕ ਰੱਖਣ ਵਾਲਾ ਕੀ ਹੋਊਗਾ? ਸਿਮਰਤ ਮੈਨੇ ਸਿਮਰਤੀ 'ਚ ਹੋ ਗਏ, ਯਾਦ ਵਿੱਚ ਹੋ ਗਏ। ਕੀ ਹੋ ਗਿਆ ਫਿਰ? ਜਿਸ ਸਿਮਰਤ ਸੁਖ ਹੋਏ। ਇਹ ਅਸੀਂ ਸਾਰੇ ਮੰਗਦੇ ਹਾਂ। ਹਰ ਪ੍ਰਾਣੀ ਸੁੱਖ ਚਾਹੁੰਦਾ। ਜੇ ਲੋੜਾਂ ਸਦਾ ਸੁਖ ਭਾਈ, ਸਾਧੂ ਸੰਗਤ ਗੁਰ ਹੈ ਬਤਾਈ। ਊਹਾਂ ਜਪਿਆ ਕੇਵਲ ਨਾਮ, ਸਾਧੂ ਸੰਗਤ ਪਾਰ ਗ੍ਰਾਮ। ਦੱਸ ਵੀ ਦਿੱਤਾ, ਜੇ ਲੋੜਾਂ ਸਦਾ ਸੁਖ ਭਾਈ, ਸਾਧੂ ਸੰਗਤ ਗੁਰ ਹੈ ਬਤਾਈ। ਬਤਾਈ ਮੈਨੇ ਬਤਾਤੀ, ਦੱਸਦੇ ਆਪਣੀ ਭਾਸ਼ਾ ਵੀ ਆ ਬਤਾਤਾ ਵੀ ਮੈਂ ਇਹ ਤੁਹਾਨੂੰ ਦੱਸਤੀ ਗੱਲ। ਸਤ ਸੰਗਤ ਕਿਉਂ ਨਹੀਂ ਕਰਦਾ? ਸੁੱਖ ਚਾਹੁੰਦਾ, ਸਦਾ ਚਾਹੁੰਦਾ। ਨਾਲੇ ਜੇ ਲੋੜਾਂ ਸਦਾ ਸੁੱਖ ਭਾਈ, ਆ ਇੱਥੇ ਫਿਰ ਸੁਣ। ਜਿਸ ਸਿਮਰਤ ਸੁਖ ਹੋਏ, ਫਿਰ ਕੀ ਹੋਊਗਾ? ਸਗਲੇ ਦੁੱਖ ਜਾਹੇ। ਸਾਰੇ ਦੁੱਖ ਚਲੇ ਜਾਣਗੇ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ। ਪਹਿਲਾ ਸ਼ਬਦ ਸੁਣਿਆ। ਜੇ ਸੁਣਿਆ ਤਾਂ ਹੋਣਾ, ਜੇ ਸੁਣਿਆ ਨਹੀਂ ਫਿਰ ਨਹੀਂ ਕੋਈ ਗੱਲ ਬਣਨੀ। ਸੁਣਿਆ ਤਾਂ ਹੈ ਹੀ ਨਹੀਂ। ਸੁਣਾਉਂਦਾ ਸੁਣਾਉਂਦਾ, ਸੁਣਦਾ ਨਹੀਂ। ਇਹ ਰੌਲਾ ਸਾਡਾ ਸਾਰਿਆਂ ਦਾ ਮਾਫ਼ ਕਰਨਾ। ਜਿੰਨੀ ਦੇਰ ਤੱਕ ਸੁਣਦਾ ਨਹੀਂ, ਕੁਛ ਨਹੀਂ ਬਣਨਾ। ਫਿਰ ਉੱਥੇ ਆਉਣਾ ਸੁਣਤੇ ਪਨੀਤ। ਉੱਥੇ ਕਿਉਂਕਿ ਸਭ ਤੋਂ ਔਖਾ ਤਾਪ ਹੈ ਸੁਣਨਾ, ਅੰਦਰੋਂ ਸੁਣਨਾ, ਟਿਕ ਕੇ ਨਿਰਵਿਚਾਰ ਹੋ ਕੇ ਸੁਣਨਾ। ਸਭ ਤੋਂ ਕਠਿਨ ਸਾਧਨ ਹੈ। ਸੁਣਦੇ ਨਹੀਂ। 10 ਦੀ ਡਿਊਟੀ ਅਧਿਆਪਕ ਦੇ ਤੌਰ 'ਤੇ ਰਹੀ। ਮੇਰਾ ਵੀ ਇਹ ਬੱਚਿਆਂ ਨਾਲ ਇਹ ਰਹਿੰਦਾ ਸੀ ਵੀ ਤੁਸੀਂ ਸੁਣਦੇ ਨਹੀਂ। ਸੁਣਾਉਂਦੇ ਸੁਣਾਉਂਦੇ ਧਿਆਨ ਉਹਨੇ ਤਾਂ ਜਾਣਾ, ਪਤਾ ਲੱਗਣਾ ਵੀ ਇਹ ਨਹੀਂ ਸੁਣ ਰਹੇ, ਇਹਨਾਂ ਦਾ ਧਿਆਨ ਹੈ ਹੀ ਨਹੀਂ। ਅਤੇ ਜਦੋਂ ਬਾਅਦ 'ਚ ਪੁੱਛਣਾ 40 ਮਿੰਟ ਲਾ ਕੇ ਵੀ ਕੀ ਕਰਿਆ, ਮੈਨੂੰ ਤਾਂ ਪਤਾ ਨਹੀਂ। ਕਿਉਂ ਵੀ ਸੁਣਿਆ ਨਹੀਂ ਹੈ। ਇਹੀ ਮਤਲਬ ਕਿਉਂ ਨਹੀਂ? ਇਹਨਾਂ 40 ਬੈਠਿਆਂ ਦੇ ਵਿੱਚੋਂ 20 ਨੂੰ ਪਤਾ ਲੱਗ ਗਿਆ, 10 ਨੂੰ ਘੱਟ ਪਤਾ ਲੱਗ ਗਿਆ, 10 ਨੂੰ ਲੱਗੇ ਹੀ ਨਹੀਂ, ਜਮੇ ਹੀ ਨਹੀਂ ਪਤਾ ਲੱਗਿਆ ਵੀ ਕੀ ਕਰਿਆ। ਬੈਠੇ ਤਾਂ ਉੱਥੇ ਨੇ, ਉਹੀ ਅਧਿਆਪਕ ਹੈ, ਉਹੀ ਬੋਰਡ, ਉਹੀ ਕੁਰਸੀ, ਉਹੀ ਕਮਰਾ, ਸਾਰਾ ਕੁਛ ਸੇਮ ਹੈ। ਉਹਨੇ ਬੋਲ ਰਿਹਾ, ਉਹਨੇ ਜ਼ੋਰ ਲਾ ਰਿਹਾ। ਹੁਣ 10 ਦਾ ਧਿਆਨ ਕਿੱਥੇ? ਬਿਲਕੁਲ ਹੀ ਸੁਣਨ ਨੂੰ ਹੈ ਹੀ ਨਹੀਂ ਹੈ, ਪਤਾ ਨਹੀਂ ਕੀ ਕਰੀ ਜਾ ਰਿਹਾ। ਇਹ ਹਾਲਤ ਸਾਡੀ ਹੈ। ਸੋ ਬਿਨਾਂ ਸੁਣੇ ਤੋਂ ਦੁੱਖ ਨਹੀਂ ਜਾਣਗੇ। ਪੌੜੀ ਅਕੁਲ ਨਿਰੰਜਨ ਪੁਰਖ ਅਗਮ ਅਪਾਰਿਆ। ਅਕੁਲ ਮੈਨੇ ਜਿਹਦੀ ਕੋਈ ਕੁੱਲ ਨਹੀਂ, ਨਿਰੰਜਨ ਮੈਨੇ ਮਾਇਆ ਤੋਂ ਰਹਿਤ, ਪੁਰਖ ਅਕਾਲ ਪੁਰਖ ਪ੍ਰਭੂ, ਅਗਮ ਜਿੱਥੇ ਤੱਕ ਸਾਡੀ ਪਹੁੰਚ ਨਹੀਂ, ਅਪਾਰ ਜਿਹਦਾ ਉਰਲਾ ਪਰਲਾ ਬੰਨਾ ਨਹੀਂ ਹੈ। ਅਕੁਲ ਨਿਰੰਜਨ ਪੁਰਖ ਅਗਮ ਅਪਾਰਿਆ। ਸੱਚੋ ਸੱਚਾ ਸੱਚ, ਸੱਚ ਨਿਹਾਰਿਆ। ਉਹ ਸੱਚਾ ਹੈ। ਹਮੇਸ਼ਾ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਜੋ
ਪ੍ਰਾਪਤੀ ਹੋਣੀ ਹੈ ਉਹ ਸੱਚ ਨਾਲ ਹੋਣੀ ਹੈ। ਜਿੰਨੀ ਦੇਰ ਤੱਕ ਸੱਚ ਨਹੀਂ ਨਾ ਵਸਦਾ ਅੰਦਰ, ਉਹਦੇ ਵਿੱਚ ਮਿਲਾਪ ਨਹੀਂ ਹੋ ਸਕੇਗਾ, ਕਿਉਂਕਿ ਉਹ ਸੱਚਾ ਸੱਚ ਹੈ ਅਤੇ ਸੱਚ ਹੀ ਸਾਨੂੰ ਕਮਾਉਣਾ ਪੈਣਾ ਹੈ। ਕੂੜ ਨਾ ਜਾਪੈ ਕਿਛ ਤੇਰੀ ਧਾਰੀਐ, ਹੈ ਪ੍ਰਭੂ ਇਹ ਸਾਰੀ ਰਚਨਾ ਤੈਂ ਬਣਾਈ ਹੋਈ ਹੈ, ਤੇਰੀ ਧਾਰੀਏ, ਧਾਰਨ ਕੀਤਿਆਂ ਸੀ ਤੇਰੇ ਜੀ ਜੰਤ ਤੇਰੇ ਧਾਰੇ। ਕੂੜ ਨਾ ਜਾਪੈ ਕੁਛ, ਜਦੋਂ ਸੋਝੋ ਹੀ ਮੈਨੂੰ ਇੱਥੇ ਕੁਛ ਕੂੜ ਨਹੀਂ ਲੱਗਦਾ, ਕਿਉਂਕਿ ਤੇਰਾ ਬਣਾਇਆ ਕੂੜ ਨਹੀਂ ਹੋ ਸਕਦਾ। ਤੁਹਾਨੂੰ ਸੁਣਨਾ, ਜੋ ਅਕਾਲ ਪੁਰਖ ਵਾਹਿਗੁਰੂ ਨੇ ਪੈਦਾ ਕਰਤਾ ਉਹ ਕੂੜ ਨਹੀਂ ਹੈ, ਉਹ ਤਾਂ ਬਾਅਦ 'ਚ ਅਸੀਂ ਕਮਾਉਣਾ ਸ਼ੁਰੂ ਕਰਤਾ। ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਬਸ ਕੂੜ ਕਿਵੇਂ ਹੋਇਆ? ਕੂੜ ਕੀ ਹੈ? ਸੱਚ ਦੀ ਅਣਹੋਂਦ, ਝੂਠ ਕੂੜ ਹੈ। ਵੈਸੇ ਝੂਠ ਦਾ ਕੋਈ ਆਧਾਰ ਨਹੀਂ ਹੈ, ਜਦੋਂ ਸੱਚ ਪਰਾਂ ਹਟਿਆ ਝੂਠ, ਸੱਚ ਆਇਆ ਤਾਂ ਝੂਠ ਦਾ ਹੈ ਹੀ ਨਹੀਂ ਕੁਛ ਵੀ, ਖਤਮ ਹੈ। ਜਿਵੇਂ ਹਨੇਰੇ ਦੀ ਕੋਈ ਹੋਂਦ ਨਹੀਂ ਹੈ, ਜੇ 100 ਸਾਲ ਦਾ ਹੋਵੇ, ਇੱਕ ਥੋੜ੍ਹਾ ਜਿਹਾ ਆਪਾਂ ਚਾਨਣ ਕੀਤਾ ਸਾਰਾ ਭੱਜ ਗਿਆ, ਹੈ ਹੀ ਨਹੀਂ ਸੀ ਅਸਲ 'ਚ। ਉਹ ਚਾਨਣ ਦੀ ਅਣਹੋਂਦ ਕਰਕੇ ਹਨੇਰਾ ਹੈ, ਸੱਚ ਨਾ ਦੀ ਅਣਹੋਂਦ ਕਰਕੇ ਹੀ ਝੂਠ ਪੈਦਾ ਹੋਇਆ, ਨਹੀਂ ਤਾਂ ਝੂਠ ਕੁਛ ਹੈ ਨਹੀਂ ਹੈ। ਸਭ ਸੈ ਦੇ ਦਾਤਾਰ ਜੇਤ ਉਪਾਰੀਐ, ਜਿੰਨੇ ਵੀ ਇਹ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਤੈਂ ਪੈਦਾ ਕੀਤੇ ਨੇ, ਸਭ ਸੈ ਦੇ ਦਾਤਾਰ, ਸਭ ਨੂੰ ਤੂੰ ਦਾਤਾਂ ਦਿੰਦਾ। ਜੇਤ ਮੈਨੇ ਜਿੰਨੇ ਵੀ, ਸਾਰੀਆਂ ਦਾਤਾਂ ਅਕਾਲ ਪੁਰਖ ਵਾਹਿਗੁਰੂ ਦੇ ਹੱਥ ਨੇ, ਤਾਂ ਸਭ ਨੂੰ ਦਿੰਦਾ। ਉਹ ਕਿਸੇ ਨਾਲ ਮੈਂ ਨਹੀਂ ਕਰਦਾ ਪੱਖਪਾਤ ਵੀ ਇਹਨੂੰ ਦੇ ਦੇ ਇਹਨੂੰ ਛੱਡ ਦੇ, ਸਭ ਨੂੰ ਆਪਣੀ ਇੱਛਾ ਅਨੁਸਾਰ ਉਹ ਬਖਸ਼ਿਸ਼ ਕਰਦਾ ਜੋ ਉਹਨੇ ਦੇਣਾ। ਇਕਤ ਸੂਤ ਪਰੋਏ ਜੋਤ ਸੰਜਾਰੀਐ, ਇਕਤ ਸੂਤ, ਸਾਰੇ ਆਪਾਂ ਇੱਕੋ ਸੂਤ 'ਚ ਬੰਨੇ ਹੋਏ ਆ। ਸੰਜਾਰੀਆ ਮੈਨੇ ਹੁੰਦਾ ਪ੍ਰਵੇਸ਼ ਕਰ ਜਾਣਾ, ਸਾਰਿਆਂ 'ਚ ਤੇਰੀ ਜੋਤ ਪ੍ਰਵੇਸ਼ ਕੀਤੀ ਹੋਈ ਹੈ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ, ਹੋਰ ਨਹੀਂ ਕਿਸੇ ਨੂੰ ਹੁੰਦਾ, ਇੱਕੋ ਹੀ ਉਹ ਜੋਤ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਜਦੋਂ ਪਤਾ ਲੱਗਿਆ ਵੀ ਤੇਰੇ ਅੰਦਰ ਉਹ ਹੈ। ਇਕਤ ਸੂਤ ਪਰੋਏ, ਸਾਰਿਆਂ 'ਚ ਇੱਕੋ ਹੀ ਜੋਤ ਹੈ। ਸੰਜਾਰੀਆਂ ਮੈਨੇ ਵਿੱਚ ਪ੍ਰਵੇਸ਼ ਕੀਤੀ ਹੋਈ ਹੈ, ਐਂਟਰ ਹੈ ਸਾਡੇ ਅੰਦਰ। ਹੁਕਮੈ ਭਵ ਜਲ ਮੰਝ ਹੁਕਮੈ ਤਾਰੀਐ, ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਅਨੁਸਾਰ ਹੀ ਅਸੀਂ ਇੱਥੇ ਫਸੇ ਹੋਏ ਹਾਂ। ਮਾਫ਼ ਕਰਨਾ ਜੀ ਸਿੱਧੇ ਸ਼ਬਦਾਂ 'ਚ, ਭਵ ਜਲ ਮੰਝ ਮੈਨੇ ਵਿਚਕਾਰ, ਭਵ ਜਲ ਮੈਨੇ ਜਿੱਥੇ ਪੁਆਟਣੀਆਂ ਖਾ ਰਹੇ ਹਾਂ, ਸੰਸਾਰ ਦੇ ਵਿਚਕਾਰ ਭੇਜਣ ਵਾਲਾ ਕੌਣ ਹੈ? ਅਕਾਲ ਪੁਰਖ ਵਾਹਿਗੁਰੂ। ਹੁਕਮ ਹੈ ਭਵ ਜਲ ਮੰਝ, ਤੇਰਾ ਹੁਕਮ ਹੈ, ਹੁਣ ਅਸੀਂ ਆਏ ਹੋਏ ਹਾਂ ਅਤੇ ਅਸੀਂ ਕੀ ਕਰ ਸਕਦੇ ਹਾਂ? ਤੇਰੇ ਇਕੱਲੇ ਹੋਏ ਹਾਂ, ਅਸੀਂ ਆਏ ਨੇ ਉਹਦੀ ਮਰਜ਼ੀ ਨਾਲ, ਆਉਣ ਵਾਲੇ ਹੋਰ ਨੇ। ਮਾਫ਼ ਕਰਨਾ, ਜਨ ਪਰ ਉਪਕਾਰੀ ਉਹ ਜਾਣੇ, ਜਨ ਪਰ ਉਪਕਾਰੀ ਆਏ, ਉਹ ਨਹੀਂ ਇਕੱਲੇ ਗਏ, ਅਸੀਂ ਇਕੱਲੇ ਆਵੇ ਨਾਨਕਾ ਸੱਦੇ ਵਾਲੇ ਹਾਂ। ਆਪਣਾ ਇਹ ਸਿਸਟਮ ਹੈ। ਹੁਕਮ ਹੈ ਭਵ ਜਲ ਮੰਝ ਹੁਕਮੈ ਤਾਰੀਐ, ਅਤੇ ਤੇਰਾ ਜਦੋਂ ਹੁਕਮ ਹੁੰਦਾ ਉਦੋਂ ਤੂੰ ਸਾਨੂੰ ਤਾਰ ਲੈਣਾ। ਸਾਡੀ ਮਰਜ਼ੀ ਨਹੀਂ ਚੱਲਦੀ। ਮਾਫ਼ ਕਰਨਾ, ਇੱਥੇ ਮੈਂ ਆਪਦੀ ਮਰਜ਼ੀ ਨਾਲ ਤਰ ਗਿਆ, ਆਪਦੀ ਮਰਜ਼ੀ ਨਾਲ ਨਾ ਆਇਆ, ਉਸ ਜਦੋਂ ਪਦਵੀ 'ਤੇ ਪਹੁੰਚ ਗਿਆ ਉਦੋਂ ਚੱਲਦੀ ਹੈ। ਜਿੱਥੇ ਆਪਾਂ ਭਗਤ ਰਵਿਦਾਸ ਜੀ ਦਾ ਵਚਨ ਸਰਵਣ ਕੀਤੇ, ਬੇਗਮਪੁਰਾ ਸ਼ਹਿਰ ਕਾ ਨਾਮ, ਉਹ ਕਹਿੰਦਾ ਮੇਰਾ ਜਿੱਥੇ ਜੀ ਕਰਦਾ ਮੈਂ ਜਿੱਥੇ ਮਰਜ਼ੀ ਆਵਾਂ ਜਾਂ ਮੈਨੂੰ ਕੋਈ ਰੋਕ ਨਹੀਂ। ਉਹ ਸ਼੍ਰੇਣੀ ਦੇ ਵਿੱਚ ਜਨ ਪਰਉਪਕਾਰੀ ਆਏ, ਉਹ ਆਉਂਦੇ ਵੀ ਆਪਦੀ ਮਰਜ਼ੀ ਨਾਲ, ਜਾਂਦੇ ਵੀ ਆਪਦੀ ਮਰਜ਼ੀ ਨਾਲ, ਉਹਨਾਂ ਨੂੰ ਪਤਾ ਹੁੰਦਾ ਸਭ ਕੁਛ। ਪਰ ਜੋ ਆਪਣੀ ਸ਼੍ਰੇਣੀ ਹੈ, ਮਨੁੱਖ ਸ਼੍ਰੇਣੀ ਹੈ, ਜਿੱਥੇ ਤੱਕ ਮਨ ਕੰਮ ਕਰਦਾ, ਮਨ ਅਜੇ ਮਰਿਆ ਨਹੀਂ ਹੈ, ਉਹ ਧਾਤ ਭੱਜ ਦੌੜ ਤੋਂ ਜੇ ਫੁਰ ਨਹੀਂ ਹੋਇਆ, ਉਨੀ ਦੇਰ ਤੱਕ ਸਾਡੀ ਹਾਲਤ। ਪ੍ਰਭ ਜੀਓ ਤੁਧ ਧਿਆਏ ਸੋਏ ਜਿਸ ਭਾਗ ਮਥਾਰੀਐ, ਹੇ ਪ੍ਰਭੂ ਤੈਨੂੰ ਅਸਲ ਦੇ ਵਿੱਚ ਉਹੀ ਧਿਆ ਸਕਦਾ। ਪ੍ਰਭ ਜੀਓ ਤੁਧ ਧਿਆਏ ਸੋਏ, ਸੋਏ ਮੈਨੇ ਉਹ ਕੌਣ? ਜਿਸ ਭਾਗ ਮਥਾਰੀਐ, ਮਥਾਰੀਆ ਮੈਨੇ ਮੱਥੇ 'ਤੇ, ਭਾਗ ਮੈਨੇ ਹਿੱਸਾ ਲਿਖਿਆ ਹੋਇਆ, ਉਹ ਹੀ ਧਿਆ ਸਕਦਾ, ਦੂਜਾ ਨਹੀਂ ਧਿਆ ਸਕਦਾ, ਕਿਉਂਕਿ ਹੈ ਹੀ ਨਹੀਂ ਹੈ। ਸਮਾਂ ਬਖਸ਼ਿਸ਼ ਕੀਤਾ ਹੈ, ਪਰ ਜੇ ਕੋਈ ਪੁਰਬਲਾ ਸੰਸਕਾਰ ਚੰਗਾ ਹੈ ਨਾ ਤਾਂ ਉਹ ਉੱਧਰ ਨੂੰ ਖਿੱਚ ਕੇ ਲੈ ਜਾਂਦਾ, ਉਹ ਹੋਰ ਥੋਕ ਦੀ ਦੁਕਾਨ ਬਣ ਜਾਂਦਾ। ਜੇ ਪਹਿਲਾਂ ਪ੍ਰਚੂਨ ਦੀ ਸੀ, ਜੇ ਪਹਿਲਾਂ ਮਾੜੀ ਮੋਟੀ ਵੀ ਭਜਨ ਬੰਦਗੀ ਕੀਤੀ ਹੈ, ਸਤ ਸੰਗਤ ਮਿਲ ਗਈ, ਸਮਰੱਥ ਪੂਰਾ ਗੁਰੂ ਮਿਲ ਗਿਆ, ਤਾਂ ਉਹਨੇ ਲੈ ਜਾਣਾ ਅੱਗੇ, ਕੱਟ ਦੇਣਾ ਸਾਰਾ ਕੁਛ, ਲੇਖਾ ਵਗੈਰਾ ਸਹੀ ਹੋ ਜਾਣਾ ਕੰਮ। ਹੁਣ ਅਸੀਂ ਪਾਉਂਦੇ ਹੀ ਨਹੀਂ,
ਸੰਸਾਰ 'ਚ ਤਾਂ ਥੋਕ ਦਾ ਵਪਾਰ ਕਰਨ ਨੂੰ ਅਸੀਂ ਤਿਆਰ ਹਾਂ ਵੀ ਬਹੁਤ ਵੱਡਾ, ਪਰ ਇੱਥੇ ਪਰਚੂਨ ਨਹੀਂ ਹੈ। ਪਰਚੂਨ ਤੋਂ ਵੀ ਘੱਟ ਹੀ ਵੀ ਐਵੇਂ ਸਰ ਜੀ ਚਲੋ ਉਹ ਕਰਦੇ ਆਹ ਕਰਦੇ ਤੁਸੀਂ ਕਰ ਦਿਓ ਜੀ ਆਹ ਕਰ ਦਿਓ। ਕੋਈ ਕੰਮ ਦੇਖੋ, ਮੈਂ ਕੱਲ੍ਹ ਸਰਵਣ ਕਰ ਰਿਹਾ ਸੀਗਾ, ਜਿਹੜਾ ਕੰਮ ਖੁਦ ਕਰਨਾ ਉਹ ਨਹੀਂ ਕਰਦਾ। ਮਹਾਰਾਜ ਦੇ ਬਚਨ ਪੜ੍ਹਦਾ ਕਿ ਆਪਣੇ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀ ਹੈ। ਵੱਡੀ ਗੱਡੀ ਲੈ ਲਈ ਆਪ ਚਲਾਓ, ਵੀ ਕੋਈ ਵਿੱਚ ਨਾ ਮਾਰੇ। ਭੋਜਨ ਛਕਣ ਜਾਣਾ ਕਿਸੇ 5 ਸਟਾਰ ਹੋਟਲ 'ਚ ਆਪ ਜਾਊਗਾ ਵੀ ਮੈਂ ਛਕਣਾ, ਦੂਜਾ ਤਾਂ ਨਹੀਂ ਭੁੱਖ ਮਿਟਾ ਸਕਦਾ। ਜਦੋਂ ਨਾਮ ਜਪਣਾ ਫਿਰ ਕੋਈ ਭਾਲ ਕੇ ਲਿਆਉਣਾ ਵੀ ਨਾਮ ਤੂੰ ਜਪਦੀ ਮੇਰਾ, ਮੇਰੇ ਬਦਲੇ ਦਾ ਤੂੰ ਕਰ ਦੇ, ਪੈਸੇ ਲੈ ਲੈ ਮੈਥੋਂ, ਵੀ ਉੱਥੇ ਪੈਸੇ ਦੇ ਕੇ ਤੋਰ ਦੇ ਵੀ ਜਾ ਵੀ ਤੂੰ ਛਕਿਆ, ਭੁੱਖ ਮੇਰੀ ਮਿਟ ਜੂਗੀ। ਨਹੀਂ ਨਾ ਮਿਟਦੀ ਭੁੱਖ, ਕਿਵੇਂ ਮਿਟੂਗੀ ਜਦੋਂ ਖੁਦ ਛਕਾਂਗੇ। ਹੁਣ ਇੱਥੇ ਇਹ ਬਹੁਤ ਵੱਡਾ ਟਪਲਾ ਹੋ ਗਿਆ ਕਿ ਆਪ ਸੰਕੋਚ ਕਰਨਾ, ਨਾ ਆਪ ਸੁਣਨਾ ਵੀ ਨਹੀਂ ਹੈ, ਨਾ ਪੜ੍ਹਨਾ ਨਾ ਵਿਚਾਰਨਾ, ਮੰਨਣਾ ਤਾਂ ਬਹੁਤ ਦੂਰ ਦੀ ਗੱਲ ਹੈ, ਆਉਂਦੇ ਹੀ ਨਹੀਂ। ਬਸ ਕਿਸੇ ਨੂੰ ਕਹਿਤਾ, ਕਈ ਵਾਰੀ ਤਾਂ ਐਂ ਵੀ ਆਪਾਂ ਕਰਦੇ ਮਾਫ਼ ਕਰਨਾ, ਵੀ ਉੱਥੇ ਚੱਲਣਾ ਆ 10 ਰੁਪਏ ਮੇਰੇ ਵੀ ਚੜ੍ਹਾਏ ਮਾਫ਼ ਕਰਨਾ ਹੁੰਦਾ ਨਹੀਂ ਵੀ ਆਪ ਐਂ ਕਹਿੰਦੇ ਗੁਰੂ ਸਾਹਿਬ ਨੇ ਉਹਨੇ ਦਿੱਤੇ ਨੇ, ਮੈਨੂੰ ਤਾਂ ਪਤਾ ਹੀ ਹੈ, ਦੱਸਣ ਦੀ ਲੋੜ ਨਹੀਂ ਹੈ। ਖੁਦ ਕਰਨਾ ਇਹ ਕੰਮ, ਜਿਵੇਂ ਦੁਨੀਆ ਦੇ ਕੰਮ ਖੁਦ ਕਰਦੇ ਹਾਂ। ਬਾਕੀ ਕੰਮ ਤਾਂ ਜਿਹੜੇ ਤਾਂ ਡਬਲ ਚੱਲਦਾ, ਜਿੱਥੇ ਤਾਂ ਐਂ ਲੱਗਦਾ ਵੀ ਮੈਨੂੰ ਲੋਟ ਆਉਂਦਾ ਉੱਥੇ ਐਂ ਵਰਤ ਲਿਆ, ਜਿੱਥੇ ਨਹੀਂ ਉੱਥੇ ਕਿਸੇ ਤੋਂ ਕਰਾ ਲਿਆ ਵੀ ਤੂੰ ਕਰ ਜਾ ਭਾਈ। ਜੇ ਉਹਨੂੰ ਕਹਿੰਦਾ ਭਾਈ ਸਾਹਿਬ ਬੈਠ ਕੇ ਸੁਣ ਤਾਂ ਲਓ, ਉਹ ਕਹਿੰਦਾ ਬਸ ਸੁਣੀ ਹੋਇਆ ਤੂੰ ਕਰ ਦੇ ਬਸ। ਕਰ ਨਾ ਸਾਡਾ ਲੈ ਦੇ ਸਾਰੇ ਪਰਿਵਾਰ ਦਾ, ਉਹ ਜੋ ਅਰਦਾਸ 'ਚ ਆ ਜਾਣਗੇ ਸਾਰੇ ਉਹਦੇ ਸ਼ਾਮਲ ਹੋ ਜਾਣਗੇ, ਬਾਕੀ ਤੂੰ ਕਰ, ਤੇਰਾ ਕੰਮ ਜਾਣੇ, ਸਾਨੂੰ ਨਹੀਂ ਪਤਾ। ਹੁਣ ਸੁਣਨ ਤੋਂ ਬਿਨਾਂ ਕੀ ਬਦਲੂਗਾ। ਏਕਤ ਸੂਤ ਪਰੋਏ ਜੋਤ ਸੰਜਾਰੀਐ, ਹੁਕਮੈ ਭਵਜਲ ਮੰਝ ਹੁਕਮੈ ਤਾਰੀਐ, ਪ੍ਰਭ ਜਿਉ ਤੁਧ ਧਿਆਏ ਸੋਏ ਜਿਸ ਭਾਗ ਮਥਾਰੀਐ। ਹੁਣ ਜੇ ਇਹ ਜਨਮ ਮਿਲਣ ਦੇ ਬਾਅਦ ਵੀ ਮਾਫ਼ ਕਰਨਾ ਉਸ ਅਕਾਲ ਪੁਰਖ ਪੂਰੇ ਗੁਰ ਪਰਮੇਸ਼ਰ ਦੀ ਸ਼ਰਨ 'ਚ ਨਹੀਂ ਆਏ ਤਾਂ ਹੋਰ ਕਦੋਂ ਮੌਕਾ ਮਿਲੂ ਦੱਸੋ, ਹੋਰ ਕਦੋਂ ਮਿਲਣਾ। ਇੱਦੋਂ ਮਾੜੇ ਭਾਗ ਫਿਰ ਕੀ ਹੋ ਸਕਦੇ ਨੇ। ਸਤਿਗੁਰਾਂ ਨੇ ਬਖਸ਼ਿਸ਼ ਕੀਤਾ, ਮੌਕਾ ਸਮਾਂ ਦਿੱਤਾ, ਸੋਝੀ ਦਿੱਤੀ ਕਿ ਤੈਨੂੰ ਇੱਥੋਂ ਬਿਨਾਂ ਸਰਨਾ ਨਹੀਂ ਹੈ, ਤੇਰੇ ਕੰਮ ਨਹੀਂ ਪੂਰੇ ਹੋਣਾ ਕਦੇ ਵੀ, ਸਾਰੇ ਪੂਰੇ ਹੋਣਗੇ, ਆਹ ਲੋਕ ਦੇ ਵੀ ਉਹਦੇ ਵੀ। ਤੂੰ ਆ ਤਾਂ ਸਹੀ ਇੱਕ ਵਾਰੀ ਸਤਿਗੁਰੂ ਦੀ ਸ਼ਰਨ 'ਚ ਆ ਕੇ ਸੁਣ, ਮੰਨ, ਚੱਲਣ ਦੀ ਕੋਸ਼ਿਸ਼ ਕਰ, ਗੁਰੂ ਆਪੇ ਤੇਰੀ ਬਾਂਹ ਫੜਨਗੇ। ਕੋਟ ਪੈਂਡਾ ਅੱਗੇ ਹੋਏ ਲੇਤ ਹੈ ਵਾਲੀ ਘਟਨਾ ਆਪੇ ਉਹਨਾਂ ਨੇ ਕਰਨੀ ਹੈ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ, ਤੂੰ ਅੱਗੇ ਮਾੜੇ ਜਿਹੇ ਸੁਰਤ ਲੈ ਕੇ ਚੱਲ, ਅੱਗੇ ਉਹਨੇ ਆਪੇ ਉੱਚੀ ਲੈ ਕੇ ਜਾਣੀ ਹੈ। ਸੋ ਲਾਸਟ ਪੰਕਤੀ ਇਸ ਸ਼ਬਦ ਦੀ, ਤੇਰੀ ਗਤ ਮਿਤ ਲਖੀ ਨਾ ਜਾਏ, ਹਉ ਤੁਧ ਬਲਿਹਾਰੀਐ। ਹੇ ਪ੍ਰਭੂ, ਗਤ ਮੈਨੇ ਹੁੰਦੀ ਹੈ ਤੇਰੀ ਹਾਲਤ, ਗਤੀ, ਗੱਗਾ ਤੱਤੇ ਅਨੁਸਾਰੀ, ਤੂੰ ਕਿਸ ਤਰ੍ਹਾਂ ਦਾ ਹੈ ਨਹੀਂ ਪਤਾ। ਮਿਤ ਮਿਣਤੀ ਮਰਿਆਦਾ, ਤੇਰੀ ਕੀ ਮਰਿਆਦਾ, ਤੇਰੀ ਕਿੰਨੀ ਕੁ ਗਿਣਤੀ ਮਿਣਤੀ ਹੈ, ਸਾਨੂੰ ਨਹੀਂ ਪਤਾ ਲੱਗਦਾ ਕਿਸੇ ਨੂੰ, ਅਸੀਂ ਕੋਈ ਹਿਸਾਬ ਕਿਤਾਬ ਨਹੀਂ ਲਾ ਸਕਦੇ। ਤੇਰੀ ਗਤ ਮਿਤ ਲਖੀ ਨਾ ਜਾਏ, ਲਖੀ ਮੈਨੇ ਦੱਸੀ ਬੇਰਵਾ ਨਹੀਂ ਦੱਸਦਾ, ਨਾ ਦੇਖੀ ਜਾ ਸਕਦੀ ਹੈ ਅਤੇ ਨਾ ਹੀ ਉਸ ਨੂੰ ਕੋਈ ਅੰਦਾਜ਼ਾ ਲਾਇਆ ਜਾ ਸਕਦਾ ਕਿ ਪਰਮਾਤਮਾ ਕਿੱਡਾ ਹੈ, ਕੀ ਹੈ, ਇਹ ਨਹੀਂ ਹੈ, ਉਹ ਬੇਅੰਤ ਹੈ। ਹਉ ਤੁਧ ਬਲਿਹਾਰੀ ਹੈ, ਇਸ ਲਈ ਅਸੀਂ ਹਉ ਮੈਂ, ਤੁਧ ਮੈਨੇ ਤੇਰੇ ਤੋਂ, ਬਲਿਹਾਰੀਆਂ ਮੈਨੇ ਬਾਲ ਹਾਰਦੇ ਹਾਂ ਤੇਰੇ ਉੱਪਰ, ਬਾਰਨੇ ਜਾਂਦੇ ਹਾਂ, ਸਦਕੇ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ। ਹਉ ਤੁਧ ਬਲਿਹਾਰੀ ਹੈ, ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲੱਖ ਹੈ। ਕੌਣ ਲੱਖ ਸਕਦਾ, ਇੱਥੇ ਲੱਖ ਸ਼ਬਦ ਹੈ, ਲਿਖੀ ਨਾ ਜਾਏ, ਨਹੀਂ ਲੱਖ ਸਕਦਾ। ਸੋ ਸਾਡਾ ਸਿਰਫ ਇੱਕੋ ਹੀ ਮਕਸਦ ਹੈ ਕਿ ਗੁਰੂ ਤੋਂ ਅਸੀਂ ਬਲਿਹਾਰ ਜਾਈਏ। ਬਲ ਹਾਰ ਦਾ ਮਤਲਬ ਜੇ ਆਪਾਂ ਨੂੰ ਸੰਧੀ ਕਰਦੇ ਨਾ, ਬਲ ਮੈਨੇ ਤਾਕਤ, ਹਾਰ ਮੈਨੇ ਹਾਰ ਜਾਣਾ। ਆਪਣੀ ਤਾਕਤ ਹੈ ਹੀ ਨਹੀਂ, ਜੇ ਹੈ ਉਹ ਤੇਰੀ ਦਿੱਤੀ ਹੋਈ ਹੈ, ਅਸੀਂ ਹਾਰ ਗਏ ਹਾਂ, ਕਿਉਂਕਿ ਤੂੰ ਸਮਰੱਥ ਵੱਡਾ, ਮੇਰੀ ਮੱਤ ਥੋੜ੍ਹੀ ਰਾਮ, ਪਾਲੇ ਕਿਰਤ ਘਣਾ ਪੂਰਨ ਦ੍ਰਿਸ਼ਟੀ ਤੇਰੀ ਰਾਮ। ਸੋ ਉਸ ਸਮਰੱਥ ਗੁਰੂ ਦੀ ਸ਼ਰਨ 'ਚ ਆਈਏ, ਸ਼ਰਨ 'ਚ ਆਉਣ ਵਾਲੇ ਸਾਰੇ ਮਸਲੇ ਹੱਲ ਹੋਣਗੇ। ਔਰ ਨਾਮ ਜਪਣ ਤੋਂ ਬਿਨਾਂ ਕੋਈ ਪ੍ਰਾਪਤੀ ਨਹੀਂ ਹੋਣੀ, ਖੁਦ ਨੂੰ ਜਪਣਾ ਪੈਣਾ। ਕਿਸੇ ਨੂੰ ਪੈਸੇ ਦੇ ਕੇ ਜਪਾਉਣ ਨਾਲ ਗੱਲ ਨਹੀਂ ਬਣਨੀ, ਮਾਫ਼ ਕਰਨਾ, ਗੱਲ ਉਦੋਂ ਬਣਨੀ ਜਦੋਂ ਖੁਦ ਸ਼ੁਰੂ ਕਰਤਾ। ਜਿਸ ਤਰ੍ਹਾਂ ਦੁਨੀਆ ਦੇ ਕੰਮ ਕਰਦੇ ਹਾਂ, ਉਸ ਤਰ੍ਹਾਂ ਇਹਨੂੰ ਉਸ ਤੋਂ ਉੱਪਰਲਾ ਕੰਮ ਮੰਨ ਕੇ ਸਮਾਂ ਕੱਢਣਾ।
ਸਤਿਗੁਰੂ ਦੀ ਸ਼ਬਦ ਵਿਚਾਰ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰਨੀ ਹੈ, ਬੇਨਤੀਆਂ ਜੋਦਣੀਆਂ ਕਰਨੀਆਂ ਨੇ। ਸੋ ਇਸ ਸ਼ਬਦ ਰਾਹੀਂ ਸਤਿਗੁਰਾਂ ਨੇ ਸਾਨੂੰ ਸਭ ਕੁਝ ਦੱਸਦਾ, ਕਦੋਂ, ਕਿਵੇਂ, ਕਿਉਂ, ਕਿਹਦਾ। ਸੋ ਸ਼ਬਦ ਵਿਚਾਰ ਨਾਲ ਸਾਂਝ ਬਣਾਉਂਦੇ ਹੋਈਆਂ ਬੇਅੰਤ ਭੁੱਲਾਂ ਸਮਰੱਥ ਸਤਿਗੁਰੂ ਬਖਸ਼ਣਯੋਗ ਨੇ। ਹੋਈਆਂ ਭੁੱਲਾਂ ਸੰਗਤ ਬਖਸ਼ਣਯੋਗ ਹੈ। ਹੋਈਆਂ ਭੁੱਲਾਂ ਬਖਸ਼ ਦੇਣਾ ਜੀ, ਹੋਈਆਂ ਭੁੱਲਾਂ ਦੀ ਖਿਮਾ ਮਿਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।